ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹਰ ਸੋਮਵਾਰ ਨੂੰ ਗੁਰਮਤ ਨਾਲ ਸੰਬੰਧਿਤ ਗੁਰੂ ਵਿਸ਼ੇ ਦੇ ਉੱਤੇ ਜੋ ਹੈ ਵੀਰ ਹਰਜੀਤ ਸਿੰਘ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਹਨ। तो पिछले हफ्ते 2 हफ्ते उन्होंने गुरमुखी बाणे ਦੇ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ ਸੀਗੇ। ਉਸੇ ਲੜੀ ਨੂੰ ਹੀ ਅੱਗੇ ਤੋਰਦਿਆਂ ਹੋਇਆਂ ਅੱਜ ਉਹ ਗੁਰਮੁਖੀ ਬਾਣੇ ਦੇ ਨਾਲ ਔਖੀ ਘਾਟੀ ਇਸ ਵਿਸ਼ੇ ਦੇ ਨਾਲ ਵੀ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। तो ਵੀਰ ਹਰਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਗੁਰਮਤਿ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਇੱਕ ਖਾਲਸਾ, ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਅਕਾਲ ਪੁਰਖ ਦੀ ਰਹਿਮਤ ਕਿਰਪਾ ਬਖਸ਼ ਸਦਕਾ ਅਸੀਂ ਜੁੜ ਕੇ ਗੁਰੂ ਦੀ ਗੱਲ ਕਰਨ ਲਈ, ਵਿਚਾਰਨ ਲਈ ਇਸ ਕਲਾਸਾਂ ਵਿੱਚ ਹਾਜ਼ਰੀ ਭਰਦੇ ਹਾਂ। ਪਿਛਲੇ 2 ਹਫ਼ਤਿਆਂ ਤੋਂ ਅਸੀਂ ਵਿਚਾਰ ਸ਼ੁਰੂ ਕੀਤੀ ਸੀ ਗੁਰਮੁਖੀ ਬਾਣਾ। ਇਨਸਾਨ ਕਦੀ ਜੀਵਨ ਨੂੰ ਝਾਤ ਮਾਰ ਕੇ ਦੇਖੇ, ਇਸ ਦੇ ਅੰਦਰ ਕਿੰਨੀ ਕੁ ਅੱਗ ਬਲ ਰਹੀ ਹੈ। ਕਦੀ ਆਪਣੇ ਅੰਦਰ ਝਾਤ ਮਾਰ ਕੇ ਦੇਖੇ, ਰਾਤ ਨੂੰ ਕਿਤੇ ਸੌਣ ਲੱਗਿਆ ਬੈੱਡ ਦੇ ਉੱਤੇ ਲੰਮਾ ਪਿਆ ਹੋਵੇ, ਮੰਜੀ ਤੇ ਲੰਮਾ ਪਿਆ ਹੋਵੇ ਤੇ ਮਨ ਨੂੰ ਸਵਾਲ ਕਰੇ, ਆਪਣੇ ਮਨ ਨੂੰ ਆਪ ਸਵਾਲ ਕਰੇ, ਹੇ ਮੇਰੇ ਮਨ, ਤੂੰ ਆਪਣੇ ਜੀਵਨ ਦੀ ਸਹੀ ਤਸਵੀਰ ਖਿੱਚ। ਤਾਂ ਇਹ ਤਸਵੀਰ ਸਾਡੇ ਸਾਹਮਣੇ ਇੱਕ ਉਗੜ ਕੇ ਆਉਂਦੀ ਹੈ ਕਿ ਮਨੁੱਖ ਜ਼ਿੰਦਗੀ ਵਿੱਚ ਅੰਦਰੋਂ ਤਪਿਆ ਪਿਆ ਹੈ, ਤਪਸ਼ ਅੰਦਰ ਭਰੀ ਹੋਈ ਹੈ। ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅਗਨੀ ਹੈ, ਉਸ ਅਗਨੀ ਨੇ ਇਸ ਮਨੁੱਖ ਨੂੰ ਅੰਦਰੋਂ ਵੀ ਕੋਲਿਆਂ ਵਾਂਗੂ ਸਾੜ ਦਿੱਤਾ ਹੈ। ਇਉਂ ਕਹਿ ਲਈਏ ਕਿ ਇਹਦੀ ਦਿਨ ਛੋਟੀ ਜਾਲੀ ਬਣੀ ਹੋਈ ਹੈ ਤੇ ਇਹਦੀ ਰਾਤ ਛੋਟੀ ਜਾਲੀ ਬਣੀ ਹੋਈ ਹੈ ਤੇ ਦਿਨ ਇੱਕ ਵੱਡਾ ਸਾਰਾ ਜਾਲ ਬਣਿਆ ਹੋਇਆ ਹੈ, ਜਿਸ ਜਾਲੀ ਤੇ ਜਾਲ ਵਿੱਚ ਇਹ ਮਨੁੱਖ ਦਿਨ ਰਾਤ ਹੀ ਫਸਿਆ ਰਹਿੰਦਾ ਹੈ। ਇਸ ਤੋਂ ਵੀ ਔਖੀ ਘਾਟੀ ਇਹ ਹੈ ਕਿ ਮਨੁੱਖ ਛੁੱਟਣ ਦਾ ਯਤਨ ਵੀ ਨਹੀਂ ਕਰਦਾ, ਜਾਂ ਇਹ ਕਹਿ ਲਈਏ ਕਿ ਛੁੱਟਣ ਲਈ ਕੋਈ ਇਹਦੇ ਕੋਲ ਗੁਣ ਹੈ ਨਹੀਂ, ਉਪਰਾਲਾ ਕੋਈ ਨਹੀਂ। ਇਸ ਤਰ੍ਹਾਂ ਦਾ ਇਹਦਾ ਹਾਲਤ ਹੈ ਵੀ ਇਹ ਜਾਲ ਵਿੱਚ ਫਸਿਆ ਹੋਇਆ ਵੀ ਰਸ ਲੈ ਲੈ ਕੇ ਚੋਗਾ ਚੁਗਦਾ ਹੈ, ਜੀਵਨ ਦੀ ਇਸ ਖੇਡ ਨੂੰ ਖੇਡਦਾ ਹੈ, ਔਰ ਹਰ ਘੜੀ ਫਾਹੀ ਬਣੀ ਇਹਦੇ ਗਲ ਵਿੱਚ ਫਾਂਸੀ ਦੀ ਫਾਹੀ ਪਈ ਹੋਈ ਹੈ। ਜੀਵਨ ਤਾਂ ਆਨੰਦ ਮਾਣਨ ਲਈ ਸੀ, ਜੀਵਨ ਤਾਂ ਕਰਤਾਰ ਦੇ ਘਰ ਪਹੁੰਚਣ ਲਈ ਸੀ, ਜੀਵਨ ਤਾਂ ਪਰਮੇਸ਼ਰ ਨਾਲ ਇੱਕਮਿਕ ਹੋਣ ਲਈ ਮਿਲਿਆ ਸੀ, ਪਰ ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ,
रसस चूग चुंगे नित फासें छूट समूड़े कवन गुणी काया आरन मन विच लोहा पंच अगन तित लाग रही कोयले पाप पड़े तिसी ऊपर मन जलिया सन्नी चिंत पई मन जलिया सन्नी चिंत पई। कदी लोहार ਦੀ ਭੱਠੀ ਨੂੰ ਦੇਖਿਆ ਹੋਵੇਗਾ ਕਿਵੇਂ ਭੱਠੀ ਨੂੰ ਕੋਲਿਆਂ ਨਾਲ ਗਰਮ ਕਰਦਾ ਹੈ, ਧੌਂਕਣੀ ਜਿਹੀ ਦੇ ਨਾਲ ਘੁਮਾ ਕੇ ਉਹਨੂੰ ਹਵਾ ਦਿੰਦਾ ਹੈ ਤੇ ਉਹਦੇ ਵਿੱਚ ਜਦੋਂ ਕੋਲੇ ਲਾਲ ਹੋ ਜਾਂਦੇ ਨੇ ਫਿਰ ਲੋਹੇ ਦੀਆਂ ਚੀਜ਼ਾਂ ਦਾਤਰੀ ਰੰਬਾ ਕਈ ਜੋ ਕਿਸਾਨ ਦੇ ਕੰਮ ਆਉਂਦੇ ਨੇ ਹਲ ਵਾਹੁਣ ਵਾਲੇ ਹਲ ਉਹਨਾਂ ਦੇ ਵਿੱਚ ਰੱਖਦਾ ਹੈ ਤੇ ਫਿਰ ਇੱਕ ਸੰਨੀ ਹੁੰਦੀ ਹੈ ਜਿਹਦੇ ਨਾਲ ਫੜ ਕੇ ਉਹਨਾਂ ਨੂੰ ਪਾਸੇ ਨੂੰ ਪਲਟਾਉਂਦਾ ਹੈ। ਇੱਕ ਪਾਸਾ ਲਾਲ ਹੁੰਦਾ ਹੈ ਫਿਰ ਦੂਜੇ ਪਾਸੇ ਨੂੰ ਲਾਲ ਕਰਦਾ ਹੈ ਫਿਰ ਆਰਮ ਤੇ ਰੱਖ ਕੇ ਉਹਨੂੰ ਸੱਟਾ ਮਾਰਦਾ ਹੈ। ਉਹ ਸੰਨੀ ਨਾਲ ਘੁੱਟ ਕੇ ਫੜਿਆ ਹੋਇਆ ਹੁੰਦਾ ਹੈ ਕਿਤੇ ਛੁੱਟ ਕੇ ਦੁਬਾਰਾ ਅੱਗ 'ਚ ਨਾ ਡਿੱਗ ਜਾਏ। ਤੇ ਚਿੰਤਾ ਦੀ ਸੰਨੀ ਨੇ ਮਨੁੱਖ ਦੇ ਜੀਵਨ ਨੂੰ ਘੁੱਟ ਕੇ ਫੜ ਲਿਆ ਹੈ। ਸਰੀਰ ਆਰਨ ਬਣਿਆ ਹੋਇਆ ਹੈ, ਮਨ ਲੋਹਾ ਹੈ ਤੇ ਚਿੰਤਾ ਦੀ ਸੰਨੀ ਨੇ ਇਹਨੂੰ ਫੜਿਆ ਹੋਇਆ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੰਜਾਂ ਦੀ ਅੱਗ ਇੱਥੇ ਬਲ ਰਹੀ ਹੈ, ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਉਹ ਚਿੰਤਾ ਦੀ ਸੰਨੀ ਨੇ ਸੰਸਾਰ ਨੂੰ ਦੌੜਾ ਭਾਜਾਂ ਵਿੱਚ ਹਰ ਸਮੇਂ ਬਸ ਜਿਹਨੂੰ ਅਸੀਂ ਡਿਪਰੈਸ਼ਨ ਕਹਿ ਦਈਏ, ਅੱਜ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਇਨਸਾਨ ਫਿਰ ਗੋਲੀਆਂ ਖਾਂਦਾ ਹੈ, ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ, ਭਟਕਦਾ ਫਿਰਦਾ ਹੈ। ਕਾਰਨ ਚਿੰਤਾ ਦੀ ਸੰਨੀ ਨੇ ਇਹਦੀ ਜ਼ਿੰਦਗੀ ਨੂੰ ਫੜਿਆ ਹੋਇਆ ਹੈ। ਸਰੀਰ ਆਰਨ ਬਣਿਆ ਜਿਸ ਤੇ ਰੱਖ ਕੇ ਥੋੜੇ ਦੀਆਂ ਸੱਟਾਂ ਪੈਂਦੀਆਂ ਨੇ ਤੇ ਮਨ ਲੋਹਾ ਬਣ ਗਿਆ। ਸਾਰੀਆਂ ਚੀਜ਼ਾਂ ਹੀ ਜੀਵਨ ਦੀ ਉਸ ਖੇਡ ਤੋਂ ਦੂਜੇ ਪਾਸੇ ਚੱਲ ਰਹੀਆਂ ਹਨ। ਗੁਰੂ ਪਾਤਸ਼ਾਹ ਫਿਰ ਕਹਿੰਦੇ ਕਿਵੇਂ ਛੁੱਟੇਗਾ ਚਿਤ ਚੇਤਸ ਕੀ ਨਹੀਂ ਬਾਬਰਿਆ, ਕਿਉਂ ਨਹੀਂ ਯਾਦ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ। ਹਾਂ ਫਿਰ ਚਿੰਤਾ ਦੀ ਸੰਨੀ ਤੋਂ ਛੁੱਟੇਗਾ ਕਿਵੇਂ? ਉਹ ਗੁਰੂ ਸਾਹਿਬ ਜੀ ਕਹਿੰਦੇ ਫਿਰ ਭਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਤੇ ਗੁਰੂ ਦਿੰਦਾ ਕੀ ਹੈ? ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਹਾ। ਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਦੇ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹਨ, ਜੇ ਕਿਤੇ ਗੁਰੂ ਮਿਲ ਜਾਏ, ਗੁਰੂ ਨਾਲ ਮਿਲਾਪ ਹੋ ਜਾਏ ਤੇ ਗੁਰੂ ਪਾਤਸ਼ਾਹ ਦੀ ਰਹਿਮਤ ਤੇ ਬਖਸ਼ਿਸ਼ ਦੇ ਨਾਲ ਮਨੁੱਖ ਇਸ ਘਾਟੀ ਦੇ ਉੱਤੇ ਸਹਿਜੇ ਹੀ ਚੜ ਜਾਂਦਾ ਹੈ। ਤੇ ਜੀਵਨ ਦੀ ਇਸ ਖੇਡ ਨੂੰ ਦੇਖਦਿਆਂ ਹੋਇਆਂ ਜੀਵਨ ਨੂੰ ਆਪ ਦੇਖੀਏ, ਜੀਵਨ ਕਿਸ ਪਾਸੇ ਤੁਰਿਆ ਹੋਇਆ ਹੈ। ਅਸੀਂ ਦੇਖਦੇ ਹਾਂ ਸੁੰਦਰਤਾ ਦੇ ਸਾਈਂ ਮਾਲਕ ਨੇ, ਪਰਮੇਸ਼ਰ ਨੇ, ਸਿਰਜਣਹਾਰ ਨੇ ਰਚਨਾ ਵੀ ਕਿਆ ਕਮਾਲ ਦੀ ਕੀਤੀ ਹੈ। ਕੁਦਰਤ ਦੇ ਜ਼ਰੇ ਜ਼ਰੇ ਵਿੱਚ ਉਸ ਮਾਲਕ ਦਾ ਸੁਹੱਪਨ, ਉਸ ਮਾਲਕ ਦੀ ਨੇਚਰ, ਕੁਦਰਤ ਕਿਵੇਂ ਲਹਿਰਦੀ ਹੈ, ਦੇਖ ਕੇ ਮਨ ਆਸ਼ਿਸ਼ ਕਰ ਉੱਠਦਾ ਹੈ। ਇੱਕ ਪਾਸੇ ਉਸ ਮਾਲਕ ਦਾ ਜਲਾਲ ਮਨ ਨੂੰ ਮੋਹਰਿਆ ਹੈ ਦੇ ਦੂਜੇ ਪਾਸੇ ਲਟ ਲਟ ਕਰਦਾ ਹੋਇਆ ਉਸ ਮਾਲਕ ਦਾ ਰੂਪ ਜਲਾਲ ਵੀ ਮਨ ਨੂੰ ਹੈਰਾਨ ਕਰ ਦਿੰਦਾ ਹੈ। ਜਾਪ ਸਾਹਿਬ ਚ ਅਸੀਂ ਪੜ੍ਹਦੇ ਹਾਂ, ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ। ਹੈਰਾਨ ਕਰ ਦੇਣ ਵਾਲਾ ਰੂਪ ਉਸ ਮਾਲਕ ਦਾ ਇਸ ਕੁਦਰਤ ਵਿੱਚੋਂ ਵੇਖਿਆ ਜਾਂਦਾ ਹੈ। ਪਰ ਸੰਸਾਰ ਦੀ ਖੇਡ ਬੜੀ ਹੋਰ ਤਰ੍ਹਾਂ ਦੀ ਹੈ। ਸੰਸਾਰ ਵਿੱਚ ਇੱਕ ਰਿਵਾਜ ਹੈ ਭੇਡ ਚਾਲ, ਤੇ ਉਸ ਭੇਡ ਚਾਲ ਵਿੱਚ ਫਸਿਆ ਹੋਇਆ ਹਰ ਇਨਸਾਨ ਆਪਣੀ ਸੋਚ ਨੂੰ ਤਾਲਾ ਲਾ ਦਿੰਦਾ ਹੈ, ਲੌਕ ਕਰ ਦਿੰਦਾ ਹੈ, ਦੁਨੀਆ ਦੇ ਪਿੱਛੇ ਤੁਰਦਾ ਹੈ।
ਤੁਰਦੇ ਦੇ ਪਿੱਛੇ ਤੁਰਦਾ। ਬੜਾ ਨਕਸ਼ਾ ਸੁੰਦਰ ਦਾ ਖਿੱਚਿਆ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ। ਕਹਿੰਦੇ ਜਿੱਥੇ ਦੁਨੀਆ ਤੁਰ ਗਈ ਉਹਦੇ ਪਿੱਛੇ ਲਾਈਨਾਂ ਲੱਗ ਗਈਆਂ, ਵਹੀਰਾਂ ਕੱਟ ਦਿੱਤੀਆਂ। ਇਹ ਨਹੀਂ ਦੇਖਿਆ ਤੇ ਰਸਤਾ ਠੀਕ ਹੈ ਗਲਤ ਹੈ, ਆਪਣੀਆਂ ਵਹੀਰਾਂ ਕੱਟ ਕੇ ਉਸ ਪਾਸੇ ਮਗਰ ਜਾ ਤੁਰੇ। ਪਰ ਕਹਿੰਦੇ ਨੇ ਮੈਂ, ਭਗਤ ਜੀ ਕਹਿੰਦੇ ਮੈਂ ਇਸ ਰਸਤੇ ਨੂੰ ਨਹੀਂ ਚੁਣਿਆ ਜਿੱਧਰ ਵਹੀਰ ਦਾ ਰਸਤਾ ਹੈ। ਮੈਂ ਔਖੀ ਘਾਟੀ ਚੁਣੀ ਹੈ, ਪਿੰਡਾ ਔਖਾ ਚੁਣਿਆ ਹੈ। ਦੁਨੀਆ ਦੀ ਪਿੱਛੇ ਮੈਂ ਖੂਹ ਵਿੱਚ ਨਹੀਂ ਡਿੱਗਦਾ। ਕਬੀਰ ਜਿਹੇ ਮਾਰਗ ਪੰਡਤ ਗਏ, ਪਾਛੇ ਪਰੀ ਬਹੀਰ। ਇੱਕ ਅਵਗਟ ਘਾਟੀ ਰਾਮ ਕੀ, ਤੇ ਚੜ ਰਹਿਓ ਕਬੀਰ। ਇਹਨਾਂ ਸ਼ਲੋਕਾਂ ਦੇ ਵਿਚਾਰ ਜਦੋਂ ਇਸ ਕਲਾਸ ਵਿੱਚ ਵੀਰ MP ਸਿੰਘ ਜੀ ਨੇ ਕੀਤੀ ਸੀ, ਇਹਦੀ ਵਿਚਾਰ ਬੜੀ ਖੂਬਸੂਰਤ ਉਹਨਾਂ ਨੇ ਸਾਨੂੰ ਸਮਝਾਈ ਸੀ। ਤੇ ਗੁਰੂ ਪਾਤਸ਼ਾਹ ਸਤਿਗੁਰੂ ਜੀ ਸਾਨੂੰ ਵੀ ਜੀਵਨ ਦੀ ਜਾਂਚ ਕੁਝ ਇਸੇ ਤਰ੍ਹਾਂ ਦੱਸਦੇ ਨੇ। ਠੀਕ ਹੈ, ਮਾਰਗ ਔਖਾ ਹੈ, ਗੁਰੂ ਦਾ ਰਸਤੇ ਤੇ ਚੱਲਣਾ ਇਹ ਸੂਲੀ ਤੇ ਖੇਡਣਾ ਹੈ, ਇਹ ਜਿਉਂਦਿਆਂ ਮਰਨਾ ਹੈ। ਪਰ ਬਿਨਾਂ ਜੀਵਤ ਮਰਨ ਦੇ, ਬਿਨਾਂ ਸੂਲੀ ਦੇ ਚੜ੍ਹਨ ਤੇ ਕੋਈ ਸ਼ਹੀਦ ਨਹੀਂ ਬਣ ਸਕਦਾ। ਬਿਨਾਂ ਜੀਵਤ ਮਰਨ ਦੇ ਕੋਈ ਪ੍ਰਵਾਨ ਵੀ ਨਹੀਂ ਹੋ ਸਕਦਾ। ਇਹ ਗੁਰਮੁਖੀ ਬਾਣਾ ਸੌਖੀ ਖੇਡ ਨਹੀਂ। ਇਸ ਚਾਲ ਨੂੰ, ਇਸ ਖੇਡ ਨੂੰ ਤੋੜ ਨਿਭਾਉਣਾ ਕੋਈ ਸੌਖੀ ਗੱਲ ਨਹੀਂ। ਇਹਦੇ ਲਈ ਮਾਲਕ ਦੇ ਦਰ ਤੇ ਤਰਲੇ ਕਰਨੇ ਪੈਂਦੇ ਹਨ। ਦੁਨੀਆ ਦੀ ਇਸ ਫੈਸ਼ਨ ਤੋਂ, ਦੁਨੀਆ ਦੀ ਸਵਹੀਰ ਤੋਂ, ਰੰਗ ਬਰੰਗੀ ਦੁਨੀਆ ਤੋਂ ਬਚਣਾ ਪੈਂਦਾ ਹੈ। ਔਰ ਆਪਣੇ ਆਪ ਨੂੰ ਬਚਾਉਣਾ ਬੜਾ ਕਠਿਨ ਹੈ, ਬੜਾ ਔਖਾ ਹੈ, ਬੜੀ ਔਖੀ ਗੱਲ ਹੈ। ਪਰ ਬਿਨਾਂ ਬਚਾਉਣ ਤੋਂ, ਬਿਨਾਂ ਇਸ ਮਾਰਗ ਤੇ ਤੁਰਨ ਤੋਂ ਮੰਜ਼ਿਲ ਵੀ ਤਾਂ ਨਹੀਂ ਨਾ ਪਹੁੰਚ ਸਕਦੇ। ਮੰਜ਼ਿਲ ਤੇ ਪਹੁੰਚਣ ਲਈ ਚੱਲਣਾ ਵੀ ਤਾਂ ਜ਼ਰੂਰੀ ਹੈ। ਬਿਨਾਂ ਇਸ ਬਾਣੇ ਤੋਂ, ਬਿਨਾਂ ਇਸ ਸਕੂਲ ਵਿੱਚ ਦਾਖਲ ਹੋਣ ਤੋਂ ਡਿਗਰੀ ਤਾਂ ਨਹੀਂ ਗੁਰੂ ਦੀ ਲੈ ਸਕਦੇ। ਹਾਂ, ਇਹ ਅਸੀਂ ਕਹੀ ਜਾਈਏ ਜੀ ਪੜਾਂਗੇ ਤਾਂ ਤੁਹਾਡੇ ਸਕੂਲ ਵਿੱਚ, ਪਰ ਯੂਨੀਫਾਰਮ ਵਰਦੀ ਨਹੀਂ ਪਾ ਸਕਦੇ। ਫਿਰ ਸਕੂਲ ਦੇ ਪ੍ਰਿੰਸੀਪਲ, ਸਕੂਲ ਦੀ ਮੈਨੇਜਮੈਂਟ, ਪ੍ਰਬੰਧਕ ਕਮੇਟੀ ਉਹੀ ਕਹਿੰਦੀ ਹੈ ਭੋਲਿਆ ਕੋਈ ਹੋਰ ਸਕੂਲ ਲੱਭ ਲੈ। ਉਹ ਭਲਿਆ ਸਾਡੇ ਸਕੂਲ ਵਿੱਚ ਤਾਂ ਬਿਨਾਂ ਡਿਸਿਪਲਿਨ ਤੋਂ ਗੱਡੀ ਨਹੀਂ ਚੱਲਦੀ। ਇੱਥੋਂ ਦਾ ਅਨੁਸ਼ਾਸਨ ਵਰਦੀ ਹੈ। ਸਿੱਖੀ ਦੇ ਸਕੂਲ ਵਿੱਚ ਵੀ ਤਾਂ ਦਾਖਲ ਹੋਣਾ ਹੈ। ਸਿੱਖੀ ਦੇ ਸਕੂਲ ਵਿੱਚ ਦਾਖਲਾ ਤਾਂ ਲਈਏ। ਡਿਗਰੀਆਂ ਲੈਣ ਦੀਆਂ ਗੱਲਾਂ ਅਸੀਂ ਪਹਿਲਾਂ ਕਰਦੇ ਹਾਂ। ਅਸੀਂ ਵੱਡੀਆਂ ਪੜ੍ਹਾਈਆਂ ਦੀ ਸੋਚ ਪਹਿਲਾਂ ਆਪਣੇ ਮਨ ਵਿੱਚ ਲੈ ਆਉਂਦੇ ਹਾਂ, ਪਰ ਦਾਖਲਾ ਹੀ ਨਹੀਂ ਹੋਇਆ। ਔਖੀ ਘਾਟੀ ਜਾਪਦੀ ਹੈ। ਇਸ ਮਾਰਗ ਤੇ ਚੱਲਣਾ ਬੜਾ ਔਖਾ ਲੱਗਦਾ ਹੈ। ਕਦੀ ਸਿਰਜਣਹਾਰ ਦੀ ਕੁਦਰਤ ਨੂੰ ਦੇਖੀਏ, ਉਸ ਮਾਲਕ ਦੇ ਰਚਨਹਾਰੇ ਨੂੰ ਦੇਖੀਏ। ਮੈਂ ਇਹਨਾਂ ਦੋ ਚੀਜ਼ਾਂ ਨੂੰ ਨਾਲੋਂ ਨਾਲ ਲੈ ਕੇ ਤੁਰਨਾ ਚਾਹੁੰਦਾ ਤਾਂ ਕਿ ਗੱਲ ਬੜੀ ਸਪਸ਼ਟ ਹੋਵੇ ਸੰਸਾਰ ਦੀ। ਜਿੱਥੇ ਔਖੀ ਘਾਟੀ ਦੀ ਗੱਲ ਹੈ, ਉੱਥੇ ਗੁਰਮੁਖੀ ਬਾਣਾ ਕੋਈ ਸੌਖੀ ਖੇਡ ਨਹੀਂ। ਦੁਨੀਆ ਦੀ ਉਦਾਹਰਨਾਂ ਨੂੰ ਲਈਏ, ਪਹਾੜ ਦਾ ਇਲਾਕਾ ਹੋਵੇ, ਉੱਚਾ ਟਿਕਾਣਾ ਹੋਵੇ, ਉੱਥੇ ਖੜੇ ਹੋ ਕੇ ਆਸ-ਪਾਸ ਝਾਤ ਮਾਰੀਏ, ਚਾਰ ਚੁਫੇਰੇ ਨਜ਼ਰ ਨੂੰ ਦੌੜਾਈਏ, ਇੱਕ ਬੜਾ ਅਜੀਬ ਜਿਹਾ ਰੰਗ ਨਜ਼ਰ ਆਉਂਦਾ ਹੈ, ਤਾਂ ਨਜ਼ਾਰਾ ਨਜ਼ਰ ਆਉਂਦਾ ਹੈ। ਕਿਸੇ ਪਾਸੇ ਪਾਣੀ ਦਾ ਚਸ਼ਮਾ ਚੱਲ ਰਿਹਾ ਹੈ, ਪਾਣੀ ਦਾ ਵਹਾਅ ਚੱਲ ਰਿਹਾ ਹੈ, ਤੇ ਉਹਦੇ ਵਹਾਅ ਵਿੱਚੋਂ ਉਹਦੀ ਆਵਾਜ਼ ਮਨ ਨੂੰ ਮੋਹਦੀ ਹੈ। ਉਹਦਾ ਠੰਡਾ ਪਾਣੀ ਇੱਕ ਸੁਰੀਲੀ ਜਿਹੀ, ਮਿੱਠੀ ਜਿਹੀ ਧੁਨ ਜਿਹੀ ਛੇੜਦਾ ਹੈ। ਇਉਂ ਸਮਝ ਲਈਏ ਮਾਨੋ ਉਹ ਵੀ ਆਪਣੇ ਸਾਈਂ ਦਾ, ਆਪਣੇ ਪਿਆਰੇ ਦਾ ਸਿਮਰਨ ਕਰ ਰਿਹਾ ਹੈ। ਉਹਦੀ ਧੁਨ ਵਿੱਚ ਵੀ ਉਸ ਪਿਆਰੇ ਦੀ ਯਾਦ ਵਸੀ ਹੋਈ ਹੈ। ਹਾਂ, ਵਗਦੀ ਹੋਈ ਨਦੀ ਦਾ ਪਾਣੀ ਤਾਂ ਉਸ ਸਾਈਂ ਦੀ, ਉਸ ਪ੍ਰੀਤਮ ਦੀ ਯਾਦ ਵਿੱਚ
ਵਹਿੰਦਾ ਵਹਿੰਦਾ ਵੀ ਉਹਨੂੰ ਯਾਦ ਕਰਦਾ ਹੈ ਤੇ ਤੇਰੇ ਭੋਲਿਆ, ਤੇਰੇ ਜੀਵਨ ਦੀ ਨਦੀ ਵਿੱਚ ਸਾਈਂ ਦੀ ਯਾਦ ਕਿੱਥੇ ਹੈ? ਤੇਰੇ ਜੀਵਨ ਦੀ ਨਦੀ ਵਿੱਚ ਸਾਈਂ ਕਿੱਥੇ ਹੈ? ਉਹ ਤਾਂ ਤੁਰਦਾ ਹੋਇਆ ਵੀ ਸ਼ੁਕਰਾਨਾ ਕਰੀ ਜਾਂਦਾ ਹੈ, ਮਿੱਠੀ ਮਿੱਠੀ ਰੁਮਕਵੀਂ ਆਵਾਜ਼ ਦੇਈ ਜਾਂਦਾ ਹੈ, ਪਰ ਤੂੰ ਤਾਂ ਜੀਵਨ ਦਾ ਸਫ਼ਰ ਤੈਅ ਕਰਦਿਆਂ ਵੀ ਕਦੀ ਉਸ ਪ੍ਰੀਤਮ ਦੇ ਦਰਦ ਦੀ ਗੱਲ ਨਹੀਂ, ਸ਼ੁਕਰਾਨੇ ਦਾ ਲਫ਼ਜ਼ ਮੂੰਹ ਤੋਂ ਨਹੀਂ ਕੱਢਿਆ। ਪਰ ਖਾਂਦਿਆਂ ਖਾਂਦਿਆਂ ਮੂੰਹ ਕੁੱਠਾ, ਪਹਿਨਾਂਦਿਆਂ ਸਭ ਅੰਗ ਵਾਲੀ ਸਥਿਤੀ ਤੇਰੀ ਬਣੀ ਹੋਈ ਹੈ। ਕਿੱਥੇ ਸਾਈਂ ਦਾ ਸ਼ੁਕਰਾਨਾ? ਕਿੱਥੇ ਆ ਮਾਰਗ ਗੁਰੂ ਦਾ? ਕਿੱਥੇ ਹੈ ਜੀਵਨ ਦਾ ਰਸਤਾ? ਕੋਈ ਰਸਤਾ ਨਹੀਂ। ਤੇ ਦੇਖੋ ਨਜ਼ਾਰੇ ਉਸ ਪਹਾੜ ਦੇ ਉੱਤੇ ਬੈਠੇ ਹੋਏ ਤੇ ਉਸ ਚਲਦੀ ਹੋਈ ਨਦੀ ਦੇ ਕੰਢੇ ਤੇ ਉੱਗੇ ਹੋਏ ਦਰਖਤ, ਉੱਗੇ ਹੋਏ ਰੁੱਖ ਹਰੇ ਭਰੇ ਕਿਵੇਂ ਪੱਤੇ ਹਿਲਦੇ ਹਨ। ਉਹਨਾਂ ਦੇ ਖੜਕਦੇ ਹੋਏ ਪੱਤਿਆਂ ਵਿੱਚੋਂ ਵੀ ਇਉਂ ਜਾਪਦਾ ਹੈ ਜਿਵੇਂ ਇਹ ਵੀ ਆਪਣੇ ਪ੍ਰੀਤਮ ਦੀ ਗੱਲਾਂ ਨੂੰ ਕਰ ਰਹੇ ਹੋਣ, ਉਸ ਪ੍ਰੀਤਮ ਦੀਆਂ ਗੱਲਾਂ ਨੂੰ ਕਰ ਰਹੇ ਹੋਣ। ਇਸ ਤਰ੍ਹਾਂ ਜਾਪਦਾ ਹੈ, ਇਉਂ ਨਜ਼ਰ ਆਉਂਦਾ ਹੈ। ਇੱਕ ਪਾਸੇ ਪੱਧਰਾ ਮੈਦਾਨ ਹੈ, ਇੱਕ ਪਾਸੇ ਪਹਾੜ ਹੈ, ਇੱਕ ਪਾਸੇ ਕਾਦਰ ਦੀ ਕੁਦਰਤ ਦਾ ਨਜ਼ਾਰਾ ਕਿਆ ਮਨ ਨੂੰ ਖਾਉਂਦਾ ਹੈ। ਪਰਬਤ ਦੀ ਉਚਾਈ ਨੂੰ ਦੇਖੋ, ਗਰਦਨ ਨੂੰ ਉੱਚੇ ਕਰਕੇ ਥੱਲੇ ਖੜੇ ਹੋ ਕੇ ਕਦੀ ਦੇਖੀਏ ਤੇ ਬੰਦੇ ਦੀ ਗਰਦਨ ਜਿਹੜੀ ਹੈ ਉਹ ਲਿਫ ਜਾਂਦੀ ਹੈ ਪਿੱਛੇ ਨੂੰ, ਪਰ ਉਹਦੀ ਉਚਾਈ ਨੂੰ ਛੂਹ ਨਹੀਂ ਸਕਦਾ। ਦੇਖੋ ਤਾਂ ਸਹੀ। ਹਾਂ, ਇੱਕ ਹੋਰ ਗੱਲ, ਉਸ ਉਚਾਈਆਂ ਤੇ ਬੈਠੇ ਹੋਏ ਮਨੁੱਖ ਨੂੰ ਤਾਂ ਇਹ ਨਜ਼ਾਰਾ ਬੜਾ ਹੀ ਆਨੰਦ ਦਿੰਦਾ ਹੈ, ਪਰ ਆਓ ਜਰਾ ਵੇਖੀਏ ਕਿ ਇਸ ਪੈਂਡੇ ਤੇ ਤੁਰਨ ਵਾਲੇ ਬੰਦਿਆਂ ਲਈ ਵੀ ਇਹ ਨਜ਼ਾਰਾ ਬੜਾ ਓਨਾ ਹੀ ਆਨੰਦਮਈ ਹੈ। ਹੁਣ ਔਖੀ ਤੇ ਸੌਖੀ ਘਾਟੀ ਦੀ ਜ਼ਿੰਦਗੀ ਸਮਝਣ ਦੀ ਬੜੀ ਲੋੜ ਹੈ। ਜਰਾ ਦੇਖੋ ਝਾਤ ਮਾਰ ਕੇ, ਮੈਂ ਪੱਧਰੇ ਮੈਦਾਨ ਵਿੱਚ ਤੁਰੇ ਜਾਂਦੇ ਵੀ ਕਈ ਪਗਡੰਡੀਆਂ, ਕਈ ਛੋਟੇ ਰਸਤੇ ਹਨ, ਕਈ ਰਾਹੀ ਉਹਨਾਂ ਦੇ ਤੁਰੇ ਜਾ ਰਹੇ ਹਨ। ਕੋਈ ਸਾਹ ਲੈ ਰਿਹਾ ਹੈ, ਕੋਈ ਬਾਹਾਂ ਖਾਲੀ ਲੈ ਕੇ ਥੱਲੇ ਨੂੰ ਤੁਰਿਆ ਬੈਠਾ ਹੈ, ਆਨੰਦ ਨਾਲ ਤੁਰਿਆ ਜਾਂਦਾ ਹੈ, ਤੇ ਕੋਈ ਸਿਰ ਉੱਤੇ ਭਾਰ ਚੁੱਕਿਆ ਹੋਇਆ ਹੈ। ਹੁਣ ਇੱਕ ਦੂਜੇ ਨੂੰ ਪੁੱਛ ਕੇ ਦੇਖੀਏ, ਜਿਹੜਾ ਤਾਂ ਖਾਲੀ ਹੱਥ ਜਾਂਦਾ ਹੈ ਉਹ ਤਾਂ ਪੈਂਡੇ ਨੂੰ ਤੈਅ ਕਰਦਾ ਹੈ। ਹੁਣ ਜਿਹੜੇ ਦੇ ਸਿਰ ਉੱਤੇ ਭਾਰ ਚੁੱਕਿਆ ਹੋਇਆ ਹੈ ਉਹਨੂੰ ਸਵਾਲ ਕਰਕੇ ਪੁੱਛੀਏ ਵੀ ਤੇਰੇ ਲਈ ਵੀ ਇਹ ਪੈਂਡਾ ਸਵਾਦਲਾ ਹੈ, ਤੇ ਜਵਾਬ ਬੜਾ ਹੀ ਕਮਾਲ ਦਾ ਹੈ। ਉਹ ਕਹਿੰਦਾ ਨਹੀਂ, ਇਹ ਪੈਂਡਾ ਮੇਰੇ ਲਈ ਸਵਾਦਲਾ ਨਹੀਂ। ਇਹੋ ਜਿਹੀ ਦੌੜੀ ਤਾਂ ਸਾਡੀ ਹੈ, ਜੀਵਨ ਦੀ ਕਹਾਣੀ ਵੀ ਤਾਂ ਇਹੋ ਜਿਹੀ ਹੈ। ਇੱਕ ਪ੍ਰੀਤਮ ਦੇ ਮਾਰਗ ਤੇ ਚੱਲੇ ਹੋਏ ਹਨ, ਪ੍ਰੀਤਮ ਦੇ ਪਿਆਰ ਵਿੱਚ ਰੰਗੇ ਹੋਏ ਹਨ। ਉਹ ਤੇ ਇਸ ਜੀਵਨ ਨੂੰ ਉਸ ਪ੍ਰੀਤਮ ਦੇ ਹੁਕਮ ਵਿੱਚ ਆਨੰਦ ਨਾਲ ਮਾਣ ਰਹੇ ਹਨ। ਇੱਕ ਸਾਡੇ ਵਰਗੇ ਹਨ ਜਿਨ੍ਹਾਂ ਦੇ ਸਿਰ ਉੱਤੇ ਉਹਨਾਂ ਵਿਕਾਰਾਂ ਦੀਆਂ ਪੋਟਲੀਆਂ ਨੂੰ ਚੁੱਕਿਆ ਹੋਇਆ ਹੈ। ਇਹ ਔਖੀ ਘਾਟੀ ਨੂੰ, ਔਖੇ ਪਹਾੜੀ ਰਸਤੇ ਨੂੰ ਤੈਅ ਕਰਨਾ ਬੜਾ ਔਖਾ ਹੈ ਜੀਵਨ ਦੇ। ਅੰਦਲੇ ਭਾਰ ਉਠਾਇਆ ਡੂਗਰ ਬਾਟ ਬਹੁਤ, ਅੱਖੀ ਲੋੜੀ ਨਾ ਲਹਾਂ, ਹੋਂ ਚੜ ਲੰਗਾ ਕਿਤ। ਅੰਨੇ ਨੇ ਇੱਕ ਅੰਨਾ ਦਿਸਦਾ ਨਹੀਂ, ਦੂਜਾ ਸਿਰ ਉੱਤੇ ਭਾਰ ਰੱਖ ਲਿਆ, ਤੇ ਰਸਤਾ ਵੀ ਪਹਾੜੀ ਹੈ। ਜਿਸ ਰਸਤੇ ਤੇ ਅੱਖਾਂ ਨਾਲ ਦੇਖਣ ਵਾਲਾ ਇਨਸਾਨ ਨਹੀਂ ਚੜ ਸਕਦਾ, ਜਿਹਨੂੰ ਨਹੀਂ ਦਿਸਦਾ, ਦੱਸੋ ਸਿਰ ਤੇ ਭਾਰ ਚੁੱਕ ਕੇ ਚੜ ਸਕੇਗਾ? ਕਿਆ ਗੁਰੂ ਪਾਤਸ਼ਾਹ ਨੇ ਕਿਹੋ ਜਿਹੇ ਨਜ਼ਾਰੇ ਸਾਨੂੰ ਦੱਸੇ ਹਨ ਜ਼ਿੰਦਗੀ ਦੇ। ਅਸੀਂ ਅਧਾਤਮਿਕ ਗਿਆਨ ਤੋਂ ਅੰਨੇ ਹੋਏ ਹੋਏ, ਸਖਣੇ ਹੋਏ ਹੋਏ ਇਸ ਜੀਵਨ ਦੀ ਔਖੀ ਘਾਟੀ ਨੂੰ ਸਿਰ ਉੱਤੇ ਵਿਕਾਰਾਂ ਦੀ ਪੋਟਲੀ ਰੱਖ ਕੇ ਦੱਸੋ ਲੰਘ ਜਾਵਾਂਗੇ? ਇਵੇਂ ਹੀ ਹੈ ਨਾ। ਉਸ ਮਾਰਗ ਤੇ ਚੱਲਣ ਵਾਲੇ ਨੇ ਜਿਰ ਤੇ ਸਿਰ ਤੇ ਭਾਰ ਚੁੱਕੀ ਹੈ, ਪੰਡ ਚੁੱਕੀ ਹੋਈ ਹੈ, ਉਹਨੂੰ ਪੁੱਛੀਏ ਵੀ ਤੈਨੂੰ ਵੀ ਇਸ ਦਾ ਸੁੱਖ ਮਾਨ, ਇਹ ਸੁੱਖ ਮਾਨਦਿਆਂ ਦਾ ਨਜ਼ਾਰਾ ਆਉਂਦਾ ਹੈ? ਤਾਂ ਉਹਦਾ ਜਵਾਬ ਬੜਾ ਖੂਬਸੂਰਤ ਹੈ। ਉਹ ਕਹਿੰਦਾ ਹੈ, ਫਰੀਦਾ
मैं जानिया दुख मुझकू, दुख सबाया जग, ਉੱਚੇ चढ़ के देखिया ਤਾਂ घर घर इहा अग। ਉਹ ਕਹਿੰਦਾ ਮੇਰੇ ਲਈ ਕੀ ਹੈ, ਜੇ ਮੈਂ ਦੁਖੀ ਹਾਂ ਤੇ ਸਾਰਾ ਸੰਸਾਰ ਦੁਖੀ ਹੈ। ਜੇ ਮੇਰੇ ਲਈ ਇਹ ਔਖੀ ਘਾਟੀ ਹੈ ਤੇ ਮੈਂ ਕਿਵੇਂ ਇਹਨਾਂ ਦੀ ਸੌਖੀ ਦਾ ਆਨੰਦ ਮਾਣ ਸਕਦਾ। ਮੇਰੇ ਲਈ ਸਾਰੇ ਇੱਕੋ ਜਿਹੇ ਹਨ। ਕਹਿੰਦੇ ਮੈਂ ਤਾਂ ਇਹ ਸੋਚਿਆ ਸੀ ਦੁੱਖ ਮੈਨੂੰ ਹੀ ਲੱਗਾ ਹੋਇਆ, ਪਰ ਥੋੜਾ ਜਿਹਾ ਮੈਂ ਆਪਣੇ ਸੋਚ ਮੰਡਲ ਤੋਂ ਬਾਹਰ ਆ ਕੇ ਦੇਖਿਆ, ਮੈਂ ਤਾਂ ਸਿਰ ਤੇ ਸਿਰਫ ਆ ਭਾਰ ਚੁੱਕਿਆ ਹੋਇਆ ਹੈ, ਇਹਦਾ ਹੀ ਦੁੱਖ ਹੈ, ਪਰ ਇਸ ਦੁੱਖ ਤੋਂ ਬਚਿਆ ਕੋਈ ਵੀ ਨਹੀਂ ਹੈ। ਦੇਖਣ ਨੂੰ ਭਾਵੇਂ ਸੌਖੇ ਲੱਗਦੇ ਹਨ। ਜੀਵਨ ਦੀ ਕਹਾਟੀ ਦੇ ਵਿੱਚੋਂ ਉਸ ਕਰਤਾਰ ਦੀ ਇਸ ਰੰਗਾਵਲੀ ਭੂਮੀ ਦੇ ਉੱਤੇ, ਨਜ਼ਾਰਿਆਂ ਵਾਲੀ ਭੂਮੀ ਦੇ ਉੱਤੇ ਇੱਕ ਅੱਗ ਵੀ ਤਾਂ ਬਲ ਰਹੀ ਹੈ। ਉਸ ਅੱਗ ਵਿੱਚੋਂ ਸੜਨ ਤੋਂ ਕੌਣ ਬਚਦਾ ਹੈ? ਗੁਰੂ ਪਾਤਸ਼ਾਹ ਜੀ ਆਪ ਜਵਾਬ ਦਿੰਦੇ ਨੇ। ਇੱਕ ਸਵਾਲ ਬੜਾ ਖੂਬਸੂਰਤ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆਸਾ ਰਾਗ ਵਿੱਚ ਆਉਂਦਾ ਹੈ। ਕਹਿੰਦੇ ਨੇ ਪਾਤਸ਼ਾਹ ਜੀ, ਦਾਵਾ ਅਗਨ ਬਹੁਤ ਤਰਨ ਜਾਲੇ, ਕੋਈ ਹਰਿਆ ਬੂਟ ਰਿਹੋ ਰੀ। ਕਿ ਜੰਗਲ ਨੂੰ ਅੱਗ ਲੱਗ ਜਾਏ ਤੇ ਉਹਦੇ ਚੋਂ ਕੋਈ ਭਾਗਾਂ ਵਾਲਾ ਹੀ ਹੁੰਦਾ ਜਿਹੜਾ ਉਹ ਸੜਨ ਤੋਂ ਬਚ ਸਕਦਾ ਹੈ। ਜੰਗਲ ਦੀ ਲੱਗੀ ਹੋਈ ਅੱਗ ਵਿੱਚੋਂ ਨਜ਼ਾਰੇ ਲੈਣ ਵਾਲਾ ਹਰ ਰੁੱਖ ਸੜਦਾ ਜਾ ਰਿਹਾ ਹੈ, ਪਰ ਉਹ ਜਿਹੜਾ ਕਿਤੇ ਕਿਤੇ ਪਹਾੜੀ ਦਾ ਆਸਰਾ ਲੈ ਲਵੇ, ਕਿਸੇ ਉੱਚੇ ਦਾ ਆਸਰਾ ਲੈ ਲਵੇ, ਆਪਣੀ ਗਰਦਨ ਨੂੰ ਝੁਕਾ ਕੇ ਛੁਪ ਜਾਏ, ਉਹੀ ਬਚਿਆ ਰਹਿ ਸਕਦਾ ਹੈ। ਨਹੀਂ ਤਾਂ ਇਸ ਜੰਗਲ ਨੂੰ ਲੱਗੀ ਹੋਈ ਅੱਗ ਵਿੱਚ ਹਰ ਕੋਈ ਸੜ ਰਿਹਾ ਹੈ। ਇਸ ਦੁਨੀਆ ਦੇ ਜੰਗਲ ਨੂੰ ਲੱਗੀ ਹੋਈ ਅੱਗ ਵਿੱਚੋਂ, ਕੱਜਲ ਦੀ ਭਰੀ ਹੋਈ ਕੋਠੜੀ ਵਿੱਚੋਂ ਚਿੱਟੇ ਬਸਤਰ ਪਾ ਕੇ ਲੰਘਣਾ ਕੋਈ ਸੌਖੀ ਬਾਤ ਨਹੀਂ। ਕੱਜਲ ਦੀ ਭਰੀ ਹੋਈ ਕੋਠੜੀ ਵਿੱਚੋਂ ਚਿੱਟੇ ਬਸਤਰ ਪਾ ਕੇ ਲੰਘਣਾ ਸੌਖੀ ਬਾਤ ਨਹੀਂ। ਕਾਲਖ ਤਾਂ ਲੱਗਦੀ ਹੈ, ਪਰ ਕਾਲਖ ਤੋਂ ਬਚਾ ਕੇ ਰੱਖਣਾ ਇਹ ਬੜਾ ਕਠਿਨ ਜਿਹਾ ਰਸਤਾ ਹੈ, ਔਖੀ ਜੀ ਘਾਟੀ ਹੈ। ਪਰ ਜਿਵੇਂ ਕੋਈ ਹਰਿਆ ਬੂਟ ਬਚ ਜਾਂਦਾ, ਤਿਵੇਂ ਹੀ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ, ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਜਿਹੜੇ ਗੁਰਮੁਖੀ ਬਾਣੇ ਦੇ ਅੰਦਰ ਵੱਜ ਜਾਂਦੇ ਹਨ, ਜਿਨ੍ਹਾਂ ਨੇ ਗੁਰਮੁਖੀ ਬਾਣੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ, ਜਿਨ੍ਹਾਂ ਨੇ ਗੁਰੂ ਦੀ ਮਰਿਆਦਾ ਨੂੰ ਜੀਵਨ ਦੇ ਪੱਲੇ ਬੰਨ ਲਿਆ ਹੈ, ਜਿਨ੍ਹਾਂ ਨੇ ਗੁਰੂ ਦੀ ਦਸੀ ਕਾਰ ਨੂੰ ਕਮਾ ਲਿਆ ਹੈ, ਉਹ ਇਸ ਕੱਜਲ ਦੀ ਕੋਠੜੀ ਵਿੱਚ ਵੀ ਆਪਣੇ ਜੀਵਨ ਨੂੰ ਕਦੀ ਕਾਲਖ ਨਹੀਂ ਲੱਗਣ ਦਿੰਦੇ। ਉਹ ਜੀਵ ਨਿਰਮਲ ਤੇ ਨਿਰਮਲ ਰਹਿੰਦੇ ਹਨ। ਉਹਨਾਂ ਦਾ ਨਿਰਮਲ ਵਰਨ ਬਣਿਆ ਰਹਿੰਦਾ ਹੈ, ਨਿਰਮਲ ਰੰਗ ਬਣਿਆ ਰਹਿੰਦਾ ਹੈ। ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਵਰਨ ਬਣਿਓ ਰੀ। ਐਸੋ ਸਮਰੱਥ ਵਰਨ ਨਾ ਸਾਕੂ, ਤਾਂ ਕਿ ਉਪਮਾ ਜਾਤ ਨਾ ਕਿਹੋ ਰੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਹੈ। ਇਹ ਸਖੀ ਸਹੇਲੀਏ, ਉਹਦੀ ਵਡਿਆਈਆਂ ਕੌਣ ਕਹਿ ਸਕਦਾ ਹੈ? ਉਹਦੀਆਂ ਸਿਫਤਾਂ ਦੇ ਗੁਣ ਕੌਣ ਖਾ ਸਕਦਾ ਹੈ? ਉਹਦੇ ਗੁਣਾਂ ਦੀ ਗੱਲ ਕੌਣ ਕਰ ਸਕਦਾ ਹੈ? ਜਿਹਦੀ ਕਿਰਪਾ ਨਾਲ, ਜਿਹਦੀ ਬਖਸ਼ਿਸ਼ ਦੇ ਨਾਲ, ਜਿਹਦੀ ਮਿਹਰ ਦੇ ਨਾਲ ਮੈਂ ਇਸ ਕੱਜਲ ਦੀ ਕੋਠੜੀ ਵਿੱਚ ਵੀ ਕਾਲਾ ਨਾ ਹੋਈ, ਇਹ ਜੰਗਲ ਦੀ ਲੱਗੀ ਹੋਈ ਅੱਗ ਵਿੱਚ ਵੀ ਮੈਂ ਸੜੀ ਨਾ, ਵਿਕਾਰਾਂ ਦੀ ਚੁੱਕੀ ਹੋਈ ਪੋਟਲੀ ਦਾ ਭਾਰ ਵੀ ਮੈਨੂੰ ਨਾ ਲੱਗਾ। ਕਿਉਂ? ਕਿਉਂਕਿ ਇਹ ਗੁਰੂ ਦੀ ਰਹਿਮਤ ਹੋ ਗਈ, ਉਹਦੀ ਬਖਸ਼ਿਸ਼ ਹੋ ਗਈ। ਮੈਂ ਉਹਦੇ ਮਾਰਗ ਤੇ ਚੱਲਣਾ ਸਿੱਖ ਲਿਆ, ਉਹ ਜੀਵਨ ਦੀ ਮਰਿਆਦਾ ਨੂੰ ਅਪਣਾ ਲਿਆ। ਉਸ ਜੀਵਨ ਜਾਂਚ ਵਿੱਚੋਂ ਮੈਨੂੰ ਗੁਰੂ ਨਜ਼ਰ ਆਇਆ। ਗੁਰਮੁਖ ਪਿਆਰਿਓ, ਜਿਹੜੇ ਗੁਰਮਤ ਦੇ ਰਾਹ ਤੇ ਚੱਲ ਪੈਂਦੇ ਹਨ, ਗੁਰੂ ਵੀ ਤਾਂ ਆਪਣੇ ਇਸ ਗੁਰਮੁਖੀ ਬਾਣੇ ਦੀ ਲਾਜ ਆਪ ਰੱਖਦਾ ਹੈ। ਇਸ ਕਹਿੰਦੇ ਨਾ, ਬਿਰਧ ਬਾਣੇ ਦੀ ਲਾਜ ਰੱਖਣਾ। ਬਿਰਧ ਬਾਣੇ ਦੀ ਲਾਜ ਕੀ ਇਹੋ ਹੀ ਹੈ। ਪਰ ਇਸ ਔਖੀ ਘਾਟੀ ਵਿੱਚ ਪੱਧਰਾ ਮੈਦਾਨ ਦੇਖਣ ਨੂੰ ਬੜਾ ਜਾਪਦਾ ਹੈ, ਸੌਖਾ ਜਿਹਾ ਜਾਪਦਾ ਹੈ। ਤੁਰਦੇ ਵੀ ਬਥੇਰੇ ਰਾਹੀ ਹਨ, ਪਰ ਇਸ ਜੰਗਲ ਦੀ ਅੱਗ ਦਾ ਸੇਕ ਸਾਰਿਆਂ ਨੂੰ ਸਾੜ ਕੇ ਰਾਖ ਕਰੀ ਤੁਰੀ ਜਾਂਦਾ ਹੈ, ਸੁਆਹ ਕਰੀ ਜਾਂਦਾ ਹੈ। ਤੁਰਦੇ ਹੋਏ ਸਾਰੇ ਰਾਹੀਆਂ ਨੂੰ ਦੁੱਖ ਵਾਪਰ ਰਿਹਾ ਹੈ, ਦੁੱਖ ਵਾਪਰ ਰਿਹਾ ਹੈ, ਤੇ ਇਹਨੂੰ ਜਾਪਦਾ ਕੀ ਹੈ?
सुखिए को पेखे सब सुखिया, रोगी के भाणे सब रोगी। ਤੇ ਜਿਨ੍ਹਾਂ ਨੂੰ ਦੁੱਖ ਵਾਪਦਾ ਉਹਨਾਂ ਦੀ ਲੱਗਦਾ ਸਾਰੇ ਮੇਰੇ ਵਰਗੇ ਹੀ ਹਨ, ਸਾਰੇ ਮੇਰੇ ਵਰਗੇ ਹੀ ਹਨ। ਇਹ ਤਾਂ ਫਰੀਦਾ ਭੂਮ ਰੰਗਾਵਲੀ ਮਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਆਂਚ ਨਾ ਲਾਗ। ਇਹ ਗੱਲ ਸਮਝਣ ਵਾਲੀ ਹੈ। ਫਰੀਦ ਜੀ ਕਹਿੰਦੇ ਸ਼ਲੋਕ ਨੰਬਰ 82 ਦੇ ਵਿੱਚ, ਇਹ ਰੰਗ ਭੂਮ ਬੜੀ ਰੰਗਾਵਲੀ ਹੈ, ਜਗਤ ਬੜੀ ਰੰਗ ਭੂਮੀ ਸੋਹਣੀ ਹੈ, ਤੁਰਦੇ ਫਿਰ ਸਾਰੇ ਹੀ ਸੋਹਣੇ ਲੱਗਦੇ ਹਨ। ਭੂਮਾ ਫਰੀਦਾ ਭੂਮ ਰੰਗਾਵਲੀ, ਪਰ ਉਸ ਕਰਤੇ ਨੇ ਇੱਥੇ ਵਿਸਗੰਦਲਾਂ ਵੀ ਤਾਂ ਖੰਡ ਦਾ ਗਲੇਫਾ ਚਾੜ ਕੇ ਰੱਖ ਦਿੱਤੀਆਂ ਹਨ। ਦਵਾਈ ਕੌੜੀ ਹੋਵੇ, ਨਾ ਖਾਧੀ ਜਾਂਦੀ ਹੋਵੇ, ਉਹਨੂੰ ਸ਼ੂਗਰ ਕੋਟ ਕਰ ਦਿੱਤਾ ਜਾਂਦਾ ਹੈ, ਖੰਡ ਦਾ ਗਲੇਫਾ ਚਾੜ ਦਿੱਤਾ ਜਾਂਦਾ ਹੈ। ਖਾਣ ਵਾਲਾ ਤਾਂ ਮਿੱਠੀ ਸਮਝ ਕੇ ਖਾ ਗਿਆ, ਪਰ ਉਹਦੇ ਤੱਤ ਤਾਂ ਕੌੜੇ ਹੀ ਹਨ। ਕਿ ਜੀਵਨ ਦੇ ਵਿੱਚ ਵੀ, ਇਸ ਦੌੜ ਦੇ ਵਿੱਚ ਵੀ, ਇਸ ਰੰਗਾਵਲੀ ਭੂਮੀ ਦੇ ਵਿੱਚ ਵੀ ਤਾਂ ਉਸ ਮੇਰੇ ਕਰਤੇ ਨੇ, ਉਸ ਕਰਤਾਰ ਨੇ ਜ਼ਹਿਰ ਦੀਆਂ, ਮਾਇਆ ਦੀਆਂ ਜ਼ਹਿਰ ਰੂਪੀ ਗੰਦਲਾਂ ਨੂੰ ਖੰਡ ਦਾ ਗਲੇਫਾ ਚਾੜ ਕੇ ਰੱਖ ਦਿੱਤਾ ਹੈ। ਇਸ ਖੰਡ ਦੇ ਗਲੇਫੇ ਨਾਲ ਚੜੀਆਂ ਹੋਈਆਂ ਗੰਦਲਾਂ ਨੂੰ ਕੋਈ ਬੀਜਦਾ ਹੀ ਛੱਡ ਗਿਆ ਤੇ ਕੋਈ ਖਾਂਦਾ ਹੀ ਚਲਾ ਗਿਆ, ਜੀਵਨ ਦਾ ਆਨੰਦ ਮਾਣ ਹੀ ਨਾ ਸਕਿਆ ਜਿਸ ਗੱਲ ਲਈ ਜਗਤ ਵਿੱਚ ਆਇਆ ਸੀ। ਇਸ ਔਖੀ ਘਾਟੀ ਵਿੱਚੋਂ ਪੈਂਡਾ ਤੈਅ ਨਾ ਹੋਇਆ। ਫਰੀਦਾ ਇਹ ਵਿਸਗੰਦਲਾਂ ਧਰੀਆਂ ਖੰਡ ਲਿਵਾੜ, ਇਕਾ ਰਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਕਿਆ ਕਮਾਲ ਦੇ ਬੋਲ ਹਨ। ਪਰ ਨਾਲ ਇਹ ਵੀ ਗੱਲ ਕਹਿ ਦਿੱਤੀ ਬਾਬਾ ਜੀ ਨੇ, ਇਹ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜੋ, ਜਨ ਪੀਰ ਨਿਵਾਜਿਆ ਤਿਨਾ ਆਂਚ ਨਾ ਲਾਗ। ਵੀ ਜਿਹੜੇ ਗੁਰੂ ਵਾਲੇ ਹੋ ਗਏ, ਉਹ ਭੋਲਿਓ ਇਹ ਕਹਿ ਕੇ ਗੁਜ਼ਾਰਾ ਨਹੀਂ ਹੋਣਾ ਵੀ ਨਾਮ ਇਵੇਂ ਵੀ ਜਪ ਲਵਾਂਗੇ, ਅਸੀਂ ਗੁਰਦੁਆਰੇ ਇਵੇਂ ਵੀ ਚਲੇ ਜਾਵਾਂਗੇ, ਗੁਰੂ ਵਾਲੇ ਨਹੀਂ ਬਣੇ ਤਾਂ ਕੀ ਫਰਕ ਪੈਂਦਾ ਹੈ, ਗੁਰੂ ਦੀ ਸ਼ਰਨ ਵਿੱਚ ਨਹੀਂ ਪਏ ਤਾਂ ਕੀ ਫਰਕ ਪੈਂਦਾ ਹੈ। ਅਸੀਂ ਇਉਂ ਗੁਜ਼ਾਰਾ ਨਹੀਂ ਕਰ ਸਕਦੇ। ਇਹ ਤਾਂ ਜੋ ਜਨ ਪੀਰ ਨਵਾਜਿਆ ਦਾ ਮਾਰਗ ਹੈ, ਪੀਰ ਦੇ ਦਰ ਤੇ ਕਬੂਲ ਹੋਣ ਦਾ ਮਾਰਗ ਹੈ। ਇਹ ਉਸ ਮਾਲਕ ਦੇ ਦਰ ਤੇ ਬਖਸ਼ਿਸ਼ ਹਾਸਲ ਕਰਨ ਦਾ ਮਾਰਗ ਹੈ। ਪਰ ਆਂਚ ਉਹਨੂੰ ਨਹੀਂ ਲੱਗਦੀ, ਜੰਗਲ ਦੀ ਅੱਗ ਵਿੱਚ ਉਹ ਹੀ ਨਹੀਂ ਸੜਦਾ ਜਿਹੜਾ ਇਹ ਗੁਰਮੁਖੀ ਬਾਣੇ ਦੀ ਮਹਾਨਤਾ ਨੂੰ ਸਮਝਦਾ ਹੈ, ਜਿਹੜਾ ਇਸ ਗੁਰਮੁਖੀ ਬਾਣੇ ਨੂੰ ਮਹਾਨਤਾ ਨੂੰ ਸਮਝਦਾ ਹੈ। ਕੇਵਲ ਬਾਹਰਮੁਖੀ ਬਾਣਾ ਨਹੀਂ, ਗੁਰਮੁਖੀ ਬਾਣੇ ਦਾ ਅਰਥ ਗੁਰੂ ਦੀ ਮਰਿਆਦਾ ਹੈ, ਗੁਰੂ ਦਾ ਮਾਰਗ ਹੈ, ਗੁਰੂ ਦਾ ਰਸਤਾ ਹੈ। ਸੱਚਮੁੱਚ ਉਹਦੀ ਮੁਹੱਬਤ ਬਣ ਗਈ ਗੁਰੂ ਦੇ ਨਾਲ। ਜਿਨ੍ਹਾਂ ਦਾ ਮੁਹੱਬਤ ਬਣ ਗਈ ਉਹੀ ਉਹਦੇ ਦਰ ਤੇ ਸੱਚੇ ਹਨ, ਉਹੀ ਸਚਿਆਰ ਹਨ, ਉਹੀ ਰੰਗੇ ਹੋਏ ਹਨ, ਉਹੀ ਪੱਕੇ ਹਨ। ਨਹੀਂ ਤਾਂ ਕਿਤੇ ਐਸਾ ਨਾ ਹੋਵੇ ਸਾਡਾ ਹਾਲ ਵੀ ਉਸ ਅੰਬੀ ਵਰਗਾ ਹੋਵੇ, ਜਿਹੜਾ ਦਰਖਤ ਨੂੰ ਤਾਂ ਲੱਗ ਗਈ, ਲਮਕ ਵੀ ਰਹੀ ਹੈ, ਪਰ ਦੁਨੀਆ ਦੇ ਹਨੇਰੀਆਂ ਦੇ ਨਾਲ, ਝੱਖੜਾਂ ਦੇ ਨਾਲ ਅੰਦਰੋਂ ਕਮਜ਼ੋਰ ਹੋ ਗਈ। ਐਸੀ ਹਾਲਤ ਜਿਹੜੀ ਸਾਡੀ ਨਾ ਹੋ ਜਾਏ, ਕਿਉਂਕਿ ਇਹ ਮੰਝ ਵਸੂਲਾ ਬਾਗ ਹੈ, ਇਹ ਜ਼ਹਿਰੀਲਾ ਬਾਗ ਹੈ, ਜ਼ਹਿਰ ਦਾ ਬਾਗ ਹੈ। ਪਰ ਪੀਰ ਦੇ ਨਵਾਜਣ ਦੀ ਗੱਲ ਗੁਰੂ ਜੀ ਨੇ ਬੜੀ ਕਮਾਲ ਦੀ ਕੀਤੀ, ਬਾਬਾ ਜੀ ਨੇ, ਜੋ ਜਨ ਪੀਰ ਨਿਵਾਜਿਆ ਇਹਨਾਂ ਆਂਚ ਨਾ ਲਾਗ। ਦੁਨੀਆ ਦੇਖੋ, ਦੁਨੀਆ ਦੇਖੋ ਕਿਆ ਕਮਾਲ ਦੀ ਹੈ, ਹਉਮੈ ਦੀ ਅੱਗ ਕਿਵੇਂ ਚ ਕਿਵੇਂ ਸਾੜ ਰਹੀ ਹੈ। ਇਸ ਦੁਨੀਆ ਨੂੰ ਹਉਮੈ ਦੀ ਅੱਗ ਕਿਵੇਂ ਸਾੜ ਰਹੀ ਹੈ, ਇਹ ਹਉਮੈ ਦਾ ਦੈਂਤ ਕਿਵੇਂ ਸਾਨੂੰ ਖਾ ਰਿਹਾ ਹੈ। ਮੈਂ ਵੱਡਾ, ਮੇਰੇ ਵਰਗਾ ਕੋਈ ਨਹੀਂ, ਮੈਂ ਸਿਆਣਾ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੈਂ ਵਿਚਾਰਵਾਨ, ਮੇਰੇ ਵਰਗਾ ਵਿਚਾਰਵਾਨ ਕੋਈ ਨਹੀਂ, ਮੈਂ ਕਥਾ ਕਰਨ ਵਾਲਾ, ਮੇਰੇ ਵਰਗਾ ਕਥਾਕਾਰ ਕੋਈ ਨਹੀਂ, ਮੈਂ ਗਿਆਨਵਾਨ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਗੁਣੀ ਕੋਈ ਨਹੀਂ, ਮੈਂ ਦੌਲਤਵੰਦ, ਮੇਰੇ ਵਰਗੀ ਦੌਲਤ ਕਿਸੇ ਕੋਲ ਨਹੀਂ। ਕਮਾਲ ਹੈ ਦੁਨੀਆ ਦੇ ਸੰਸਾਰ ਦੇ ਅੰਦਰ ਇਸ ਅੱਗ ਦੀ,
ਦੀ ਈਰਖਾ ਤੇ ਦਵੈਖ ਦੀ ਵੈਰ ਵਿਰੋਧ ਦੀ ਅੱਗ ਕਿਵੇਂ ਸੰਭਲ ਰਹੀ ਹੈ। ਪਰ ਸਿਰਜਣਹਾਰ ਮਾਲਕ ਨੇ ਵੇਖਿਆ, ਉਹਨੇ ਆਪਣਾ ਪ੍ਰੀਤਮ ਪਿਆਰਾ ਭੇਜਿਆ ਹੈ ਇਸ ਸੰਸਾਰ ਦੇ ਵਿੱਚ। ਉਹ ਠੰਡਕ ਦਾ ਪੁੰਜ ਪਿਆਰਾ ਸਤਿਗੁਰੂ ਭੇਜਿਆ ਇਸ ਸੰਸਾਰ ਵਿੱਚ। ਜਾਓ, ਇਸ ਤਪਦੇ ਹੋਏ ਹਿਰਦਿਆਂ ਨੂੰ ਸ਼ੀਤਲਤਾ ਤੇ ਪਿਆਰ ਦੀ ਹਰਿਆਵਲ ਪੈਦਾ ਕਰੋ। ਇਹ ਸੜੇ ਹੋਏ ਹਿਰਦਿਆਂ ਵਿੱਚ ਹਰਿਆਵਲ ਪੈਦਾ ਕਰੋ। ਇਹਨਾਂ ਨੂੰ ਦਾਵਾ ਅਗਨ ਦੇ ਸੇਕ ਤੋਂ ਬਚਾਓ। ਇਹ ਦਾਵਾ ਅਗਨ ਦੇ ਸੇਕ ਤੋਂ ਬਚਾਓ। ਅੰਦਰ ਸੇਕ ਹੋਣ ਕਰਕੇ, ਹੋਮੇ ਦੀ ਅਗਨੀ ਹੋਣ ਕਰਕੇ ਇਹ ਤਾਂ ਬਾਂਸਾਂ ਨਾਲ ਲੜ ਖਹਿ ਕੇ ਆਪੋ ਵਿੱਚ ਰਗੜ ਰਗੜ ਕੇ ਅੰਦਰੋਂ ਸੜ ਰਹੇ ਹਨ। ਔਰ ਮੇਰੇ ਸਤਿਗੁਰ ਪਿਆਰਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਭੇਜਿਆ, ਬਾਬਾ ਆਇਆ। ਕੀ ਆਇਆ? ਬਾਣੀ ਆਈ, ਸ਼ਬਦ ਆਇਆ। ਗੁਰੂ ਨਾਨਕ ਆਏ, ਗੁਰਬਾਣੀ ਦੀਆਂ ਧੁਨਾਂ ਗੂੰਜੀਆਂ। ਗੁਰੂ ਨਾਨਕ ਆਏ, ਸ਼ਬਦ ਲੈ ਕੇ ਆਏ। ਇਸ ਸ਼ਬਦ ਨਾਲ ਮੁਰਦਾ ਹੋਈਆਂ ਰੂਹਾਂ ਜਾਗ ਪਈਆਂ। ਆਤਮਿਕ ਤੌਰ ਤੇ ਮਰੇ ਹੋਏ ਜਿੰਦੇ ਹੋ ਗਏ। ਗੁਰੂ ਨਾਨਕ ਦੇ ਇਸ ਮੁਹੱਬਤ ਦੇ ਛੱਟੇ ਨੇ, ਇਸ ਪਿਆਰ ਦੇ ਛੱਟੇ ਨੇ ਜੀਵਨ ਦਾ ਨਵਾਂ ਮਾਰਗ ਦੱਸਿਆ, ਜੀਵਨ ਦਾ ਰਾਹ ਦੱਸਿਆ। ਤੇ ਗੁਰੂ ਪਾਤਸ਼ਾਹ ਜੀ ਨੇ ਉਸ ਜੀਵਨ ਦੇ ਰਾਹ ਨੂੰ ਦੱਸ ਕੇ ਸੰਸਾਰ ਨੂੰ, ਉਸ ਸੜਦੇ ਹੋਇਆਂ ਨੂੰ ਬਚਾ ਲਿਆ ਇਸ ਜੰਗਲ ਦੀ ਅੱਗ ਵਿੱਚ। ਜਦੋਂ ਗੁਰੂ ਬਖਸ਼ਿਸ਼ ਕਰ ਦੇਵੇ, ਭਾਹਾ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਭਾਹਾ ਬਲੰਦੜੀ ਬੁਝ ਗਈ, ਜੈਸਰੀ ਦੀ ਵਾਰ ਬਲਦੀ ਹੋਈ ਅੱਗ ਬੁਝ ਗਈ। ਰਖੰਦੜੋ ਪ੍ਰਭ ਆਪ, ਗੁਰੂ ਨੇ ਰੱਖ ਲਿਆ। ਭਾਈ ਗੁਰਦਾਸ ਜੀ ਵੀ ਤਾਂ ਲਿਖਦੇ ਨੇ, ਬਾਬੇ ਨੇ ਦੇਖਿਆ ਜਗਤ ਸੜ ਰਿਹਾ ਹੈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਸ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਤੇ ਬਾਬਾ ਨੇ ਕੀਤਾ ਕੀ? ਚੜਿਆ ਸੋਧਣ ਧਰਤ ਲੁਕਾਈ। ਇਸ ਧਰਤ ਲੁਕਾਈ ਨੂੰ ਸੋਧਣ ਲਈ ਬਾਬਾ ਤੁਰ ਪਿਆ। ਹੁਣ ਇੱਥੇ ਵੀ ਖਹਿਣ ਵਾਲੇ ਬੜੇ ਨੇ। ਇਸ ਧਰਤ ਲੁਕਾਈ ਵਿੱਚ ਵੀ ਕੋਈ ਬਾਬੇ ਨੂੰ ਕੋਈ ਸੁੱਖ ਦੀ ਜ਼ਿੰਦਗੀ ਨਹੀਂ ਜੀਣ ਦਿੰਦੇ ਸਨ। ਪਰ ਗੁਰੂ ਨਾਨਕ ਤਾਂ ਆਏ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਸਨ। ਆਏ ਹੀ ਸੜਿਆ ਹੋਇਆਂ ਨੂੰ, ਤਪਦੇ ਹੋਇਆਂ ਨੂੰ ਠੰਡਾ ਕਰਨ ਲਈ ਸਨ। ਇਹ ਗੁਰੂ ਨਾਨਕ ਪਿਤਾ ਸਤਿਗੁਰ ਦਾ ਇਹ ਪਿਆਰਾ ਮੁਲਤਾਨ ਵਿੱਚ ਜਾ ਪਹੁੰਚਿਆ। ਬਾਹਰ ਸ਼ਹਿਰ ਤੋਂ ਬਾਹਰ ਡੇਰਾ ਕੀਤਾ। ਸ਼ਹਿਰ ਮੁਸਲਮਾਨ ਫਕੀਰਾਂ ਨਾਲ ਭਰਿਆ ਹੋਇਆ ਮੁਲਤਾਨ ਦਾ ਸ਼ਹਿਰ ਹੈ। ਕਿਵੇਂ ਖਿੰਦੇ ਹਨ, ਕਿਵੇਂ ਅੰਦਰੋਂ ਧਰਮੀ ਕਹਾਉਣ ਵਾਲੇ ਸੜੇ ਹੋਏ ਹਨ। ਉਹਦੀ ਉਦਾਹਰਨ ਗੁਰੂ ਪਾਤਸ਼ਾਹ ਦਿੱਤੀ, ਭਾਈ ਗੁਰਦਾਸ ਜੀ ਨੇ ਦਿੱਤੀ, ਬਾਣੀ ਵਿੱਚ ਦਿੱਤੀ। ਮੁਲਤਾਨ ਪਹੁੰਚੇ, ਸ਼ਹਿਰੋਂ ਬਾਹਰ ਡੇਰਾ ਕੀਤਾ। ਮੁਸਲਮਾਨ ਫਕੀਰਾਂ ਨਾਲ ਭਰਿਆ ਹੋਇਆ ਸ਼ਹਿਰ ਮੁਲਤਾਨ ਹੈ। ਉਹ ਵੀ ਤਾਂ ਬਾਬਾ ਜੀ ਦੀ, ਗੁਰੂ ਨਾਨਕ ਦੀ ਆਤਮਿਕ ਸ਼ਕਤੀ ਬਾਰੇ ਗੱਲਾਂ ਸੁਣ ਚੁੱਕੇ ਸਨ। ਅੰਦਰ ਜਲਨ, ਸਾੜ, ਘਬਰਾਹਟ ਕਿ ਗੁਰੂ ਨਾਨਕ ਦੀ ਮਾਨਤਾ ਦੇ ਨਾਲ, ਗੁਰੂ ਨਾਨਕ ਦੀ ਪੀਰੀ ਦੇ ਨਾਲ ਸਾਡੇ ਪੀਰਾਂ ਦੀ ਮਾਨਤਾ ਘਟ ਜਾਏਗੀ। ਧਰਮ ਦੀ ਦੁਨੀਆ ਵਿੱਚ ਤੇ ਇਹੋ ਹੀ ਆਗਿਆ ਨਾ। ਕਥਾਕਾਰ ਕਰਨ ਵਾਲੇ ਕਥਾਕਾਰਾਂ 'ਚ ਵੀ ਇਹ ਅੱਗ ਬਲਦੀ ਹੈ, ਮਾਫ ਕਰਨਾ। ਕੀਰਤਨ ਕਰਨ ਵਾਲੇ ਕੀਰਤਨੀਆਂ ਵਿੱਚ ਵੀ ਅੱਗ ਬਲਦੀ ਹੈ। ਵਿਚਾਰਵਾਨਾਂ 'ਚ ਇਹ ਵੱਖਰੀ ਅੱਗ ਬਲਦੀ ਹੈ। ਰਾਜਨੀਤਿਕ ਅੰਦਰੋਂ ਸੜੇ ਹੋਏ, ਚਲੋ ਰਾਜਨੀਤੀ ਦੀਆਂ ਗੱਲਾਂ ਕਰਨ ਵਾਲੇ ਕਿਹੜੇ ਧਰਮੀ ਹਨ, ਉਹਨਾਂ ਅੰਦਰ ਵੀ ਅੱਗ ਬਲਦੀ ਹੈ। ਬਦਲੇ ਦੀਆਂ ਭਾਵਨਾ ਵਿੱਚ ਗੋਲੀਆਂ ਚੱਲਦੀਆਂ ਹਨ, ਇੱਕ ਦੂਜੇ ਨੂੰ ਮਾਰ ਦਿੱਤਾ ਜਾਂਦਾ ਹੈ। ਕਿਉਂਕਿ ਆਪਣੀ ਕੁਰਸੀ, ਆਪਣੀ ਹੋਂਦ ਨੂੰ ਜਦੋਂ ਖਤਰਾ ਹੁੰਦਾ ਹੈ, ਉਦੋਂ ਇਨਸਾਨ ਸੜਦਾ ਹੈ, ਅੰਦਰੋਂ ਸੜਦਾ ਹੈ। ਇਹ ਪੀਰਾਂ ਦੇ ਅੰਦਰ ਵੀ ਤਾਂ ਉਹੀ ਅੱਗ ਬਲਦੀ ਹੈ। ਜੀਵਨ ਵਿੱਚ ਧਰਮ ਦਾ ਮਾਰਗ ਬੜਾ ਔਖਾ ਹੈ, ਸੌਖਾ ਮਾਰਗ ਨਹੀਂ ਹੈ। ਬੜੇ ਘਬਰਾਏ ਕਿ ਸਾਡੀ ਪੀਰੀ ਜਾਂਦੀ ਰਹੇਗੀ,
ਸਾਡੀ ਪੀਰੀ ਨੂੰ ਖਤਰਾ ਪੈਦਾ ਹੋ ਜਾਏਗਾ। ਪੀਤੋ ਨੇ ਚਲਾਕੀ ਖੇਡੀ, ਕਟੋਰਾ ਦੁੱਧ ਦਾ ਭਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਭੇਜਿਆ ਵੀ ਇਹ ਦੱਸਣ ਲਈ ਵੀ ਗੁਰੂ ਨਾਨਕ ਇਹਦੇ ਅਰਥ ਨੂੰ ਸਮਝ ਲਵੇ। ਜੇ ਨਾ ਸਮਝੇ ਤਾਂ ਦੁਨੀਆ ਨੂੰ ਕਹਿ ਦਿਆਂਗੇ ਗੁਰੂ ਨਾਨਕ ਨੂੰ ਸਾਡੀ ਗੱਲ ਸਮਝ ਨਹੀਂ ਆਈ। ਜੇ ਸਮਝ ਲਵੇ ਤੇ ਸਮਝ ਆ ਜਾਏਗੀ ਇਸ ਸ਼ਹਿਰ ਵਿੱਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਇਹ ਤਾਂ ਪੀਰਾਂ ਨਾਲ ਭਰਿਆ ਹੋਇਆ ਸ਼ਹਿਰ ਹੈ। ਜਿਵੇਂ ਦੁੱਧ ਦਾ ਕਟੋਰਾ ਨੱਕੋ ਨੱਕ ਭਰਿਆ ਹੋਇਆ, ਇੱਥੇ ਪੀਰ ਨੱਕੋ ਨੱਕ ਭਰੇ ਹੋਏ ਹਨ, ਕੋਈ ਹੋਰ ਟਿਕਾਣਾ ਲੱਭ ਲਓ। ਇਹ ਗੁਰੂ ਨਾਨਕ ਪਾਤਸ਼ਾਹ ਕਮਾਲ ਦੀ ਸੋਚਣੀ ਹੈ। ਸਤਿਗੁਰੂ ਜੀ ਨੇ ਅੱਗੋਂ ਉਸ ਦੁੱਧ ਦੇ ਭਰੇ ਹੋਏ ਕਟੋਰੇ ਦੇ ਉੱਤੇ ਇੱਕ ਚੰਬੇਲੀ ਦਾ ਫੁੱਲ ਰੱਖਿਆ ਤੇ ਕਟੋਰਾ ਮੋੜ ਦਿੱਤਾ ਹੈ ਪੀਰਾਂ ਦੇ ਪਾਸ, ਇਹ ਦੱਸਣ ਲਈ ਵੀ ਮੈਂ ਤੁਹਾਡੇ ਇਸ ਪੀਰਾਂ ਦੇ ਸ਼ਹਿਰ ਤੇ ਕਬਜ਼ਾ ਕਰਨ ਲਈ ਆਇਆ। ਜਿਵੇਂ ਦੁੱਧ ਤੇ ਚੰਬੇਲੀ ਨਿਰਲੇਪ ਹੈ, ਮੈਂ ਤੁਹਾਡੀ ਇਹਨਾਂ ਦੀ ਮਾਨਤਾ ਤੋਂ ਨਿਰਲੇਪ ਹੋ ਕੇ ਤੁਹਾਡੀ ਜ਼ਿੰਦਗੀ ਨੂੰ ਖਤਮ ਕਰਨੀ ਆਇਆ। ਪੀਰਾਂ ਨੂੰ ਸਮਝ ਆ ਗਈ ਜੀਵਨ ਜੀਣਾ ਕਿਵੇਂ ਹੈ। ਦਾਵਾ ਅਗਨ ਜਿਹੜੀ ਚੱਲ ਰਹੀ ਸੀ ਮਿਟ ਗਈ। ਅੰਦਰ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਨੇ, ਵੈਰ ਵਿਰੋਧ ਦੀ ਅੱਗ ਨੇ, ਜਿਨ੍ਹਾਂ ਨੂੰ ਹਉਮੈ ਦੀ ਅੱਗ ਨੇ ਸਾੜਿਆ ਹੋਇਆ ਸੀ, ਉਹਨਾਂ ਨੇ ਵਾਪਸੀ ਸੱਦਾ ਘੱਲਿਆ ਬਾਬੇ ਨਾਨਕ ਨੂੰ। ਹੌਸਲਾ ਹੋਇਆ ਕਿ ਸਾਡੀ ਪੀਰੀ ਨੂੰ ਕੋਈ ਖਤਰਾ ਨਹੀਂ। ਅੱਜ ਉਹ ਪੀਰ ਆਏ ਗੁਰੂ ਨਾਨਕ ਦੇ ਦਰਸ਼ਨ ਕਰਕੇ, ਗੁਰੂ ਨਾਨਕ ਨਾਲ ਬਚਨ ਕਰਕੇ, ਗੁਰੂ ਨਾਨਕ ਦੇ ਬਚਨ ਸੁਣ ਕੇ ਉਹ ਪਾਤਸ਼ਾਹ ਦੇ ਬਚਨਾਂ ਨਾਲ ਨਿਹਾਲੋ ਨਿਹਾਲ ਹੋ ਗਏ। ਨੱਕਾ ਨੱਕ ਭਰੇ ਹੋਏ ਮੁਲਤਾਨ ਸ਼ਹਿਰ ਨੂੰ ਸਤਿਗੁਰੂ ਜੀ ਨੇ ਆਪਣੀ ਪ੍ਰੇਮ ਰੂਪੀ ਚੰਬੇਲੀ ਦੇ ਫੁੱਲ ਦੀ ਸੁਗੰਧਤਾ ਦੇ ਨਾਲ ਠੰਡਕ ਬਖਸ਼ ਦਿੱਤੀ। ਆਪ ਨਿਰਲੇਪ ਰਹਿ ਕੇ ਉਸ ਫੁੱਲ ਵਾਂਗੂ ਸਭ ਦੇ ਉੱਪਰ ਸਤਿਗੁਰੂ ਜੀ ਉਹ ਆਤਮਿਕ ਮੰਡਲ ਵਿੱਚ ਤਾਰੀਆਂ ਲਾਉਂਦੇ ਹੋਏ, ਤਾਰੀਆਂ ਲਾਉਂਦੇ ਰਹੇ। ਗੁਰੂ ਨਾਨਕ ਦੇ ਪਿਆਰੇ ਜੀ ਬਾਤਾਂ ਕਿਆ ਹਨ। ਦੱਸਿਆ ਉਹ ਦੁਨੀਆ ਦੇ ਲੋਕੋ, ਸੰਸਾਰ ਤੁਰੇਗਾ, ਸੰਸਾਰ ਸੜਿਆ ਹੋਇਆ ਹੈ ਇਸ ਜੀਵਨ ਦੀ ਕੋਝੀ ਚਾਲ ਦੇ ਅੰਦਰ, ਪਰ ਖਿਆਲ ਕਰਨਾ ਤੁਸੀਂ ਇਹਨਾਂ ਜੀਵਨ ਦੀ ਕੋਝੀ ਚਾਲ ਵਿੱਚ ਨਹੀਂ ਫਸਣਾ। ਚੰਬੇਲੀ ਦੇ ਫੁੱਲ ਵਾਂਗੂ ਗੁਰੂ ਦੇ ਬਣ ਕੇ ਨਿਰਲੇਪ ਹੋ ਜਾਓ। ਜੇ ਸੱਚਮੁੱਚ ਗੁਰੂ ਦੇ ਬੱਚਨ ਬਣ ਜਾਓਗੇ, ਇਸ ਗੁਰਮੁਖੀ ਬਾਣੀ ਨਾਲ ਜੁੜ ਜਾਵੋਗੇ, ਤਾਂ ਜੀਵਨ ਦੀਆਂ ਔਖੀਆਂ ਘਾਟੀਆਂ ਨੂੰ ਤੈਅ ਕਰਨਾ ਵੀ ਤੁਹਾਡੇ ਲਈ ਸੌਖਾ ਹੋ ਜਾਏਗਾ। ਮੰਜ਼ਿਲ ਨੇੜੇ ਆਏਗੀ, ਟਿਕਾਣਾ ਨੇੜੇ ਦਿਸੇਗਾ, ਉਸ ਗੁਰੂ ਦਾ ਘਰ ਨੇੜੇ ਦਿਸੇਗਾ, ਉਸ ਪ੍ਰੀਤਮ ਦਾ ਦਰ ਨੇੜੇ ਦਿਸੇਗਾ। ਪਰ ਪਹਿਲਾਂ ਗੱਲ ਚੰਬੇਲੀ ਦੇ ਫੁੱਲ ਵਾਂਗੂ ਨਿਰਲੇਪ ਰਹਿੰਦੀ ਹੈ। ਇਹ ਨਹੀਂ ਚਲਦੇ ਦੇ ਪਿੱਛੇ ਚੱਲਦਾ, ਤੁਰਦੇ ਦੇ ਪਿੱਛੇ ਤੁਰਦਾ, ਭੇੜ ਚਾਲ ਵਿੱਚ ਫਸਿਆ। ਉਹ ਪਿਆਰੇ ਗੁਰੂ ਪਿਆਰਿਓ, ਧਰਮ ਤੋਂ ਨਫ਼ਰਤ ਕਰਨ ਵਾਲਿਓ, ਗੁਰੂ ਨਾਨਕ ਦੀਆਂ ਗੱਲਾਂ ਆਪਣੇ ਪੱਲੇ ਨਾ ਬੰਨ੍ਹ ਲਵੋ। ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲਵੋ। ਬਿਨਾਂ ਗੁਰਮੁਖੀ ਬਾਣੇ ਤੋਂ, ਬਿਨਾਂ ਗੁਰੂ ਦੇ ਬਣਿਆ ਤੋਂ ਇਸ ਸੰਸਾਰ ਵਿੱਚ ਉਸ ਮੁਲਤਾਨ ਦੇ ਪੀਰਾਂ ਵਾਂਗੂ ਅੰਦਰੋਂ ਸੜਦੇ ਹੀ ਰਹਿ ਜਾਵਾਂਗੇ। ਬਸ ਜੇ ਗੁਰੂ ਦੇ ਬਣ ਗਏ ਫਿਰ ਅੰਦਰ ਠੰਡ ਹੈ, ਫਿਰ ਬਖਸ਼ਿਸ਼ ਹੈ, ਫਿਰ ਅਸੀਂ ਕਹਿ ਸਕਾਂਗੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਫਿਰ ਦਰਸ਼ਨ ਦੇਖ ਨਿਹਾਲੀ। ਫਿਰ ਅਸੀਂ ਕਹਿ ਸਕਾਂਗੇ ਇਹ ਗੱਲ ਠੰਡ ਵਰਤ ਜਾਏਗੀ। ਜਲਨ ਬੁਝ ਗਈ, ਠੰਡ ਮਿਲ ਗਈ। ਗੁਰੂ ਪਾਤਸ਼ਾਹ ਕਹਿੰਦੇ ਨੇ ਜਲਨ ਬੁਝੀ ਸੀਤਲ ਪੇ ਮਨੁਆ, ਜਲ ਬੁਝ ਗਈ, ਜਲਨ ਬੁਝ ਗਈ, ਮਨ ਠੰਡਾ ਠਾਰ ਹੋ ਗਿਆ, ਅੰਦਰ ਠੰਡ ਵਰਤ ਗਈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜੀਵਨ ਦੀਆਂ ਮਰਿਆਦਾ ਰਮਜਾਂ ਨੂੰ ਸਮਝਾਉਂਦੇ ਹਨ ਆਪਣੇ ਕੀਤੇ ਹੋਏ ਕੌਤਕਾਂ ਦੇ ਨਾਲ। ਜੀਵਨ ਦਾ ਸਹੀ ਰਸਤਾ ਚੁਣਨ ਲਈ ਕਹਿੰਦੇ ਹਨ, ਜੀਵਨ ਦੇ ਸਹੀ ਮਾਰਗ ਤੇ ਚੁਣਨ ਦੀ ਉਪਦੇਸ਼ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਐ ਨਾ ਹੋਵੇ ਉਸ ਪੰਡਤ ਵਹੀਰਾਂ ਵਾਂਗਾ ਹਾਲ ਨਾ ਹੋਵੇ। ਦੁਨੀਆ ਕੀ ਕਹਿੰਦੀ ਹੈ ਪਰਵਾਹ ਨਾ ਕਰ, ਸੰਸਾਰ ਕੀ ਕਹਿੰਦਾ ਹੈ ਪਰਵਾਹ ਨਾ ਕਰ।
परवाह करनी है तो गुरु दी कर। ये गल कह जिहड़ी गुरु ने कही है केड़ी, गुरसिख मीत चलो गुर चाली, जो गुर कहे सोई भल मानो, हर हर कथा निराली। ये गल सोच, ये तो मार्ग चलने भाईड़े, गुर कहे सो कार कमाए जियो, त्यागे मन की मतड़ी, विसारे दूजा भाव जियो, पावे हर दरसावड़ा, ना लागे तत्ती वाव जियो। जीवन दे विच औखी घाटी भी सखैन हो जाएगी। हरी दा मार्ग जदों तालवेगा, मार्ग ते तुर पवेगा, ते फिर ये वसूला मंझ वसूला वाग भी तेनू मिठा निकल आएगा, ते जहर दियां गंदलां नालों मोट जाएगा। फिर तेनू उस प्रीतम प्यारे दी अरशी नदर दे हिलारे भी तो आउणगे ना। सतगुरु गुरु नानक पातशाह जी दुखी ते रोगी संसार दी नब्ज वेख के रोग ते दारू दोहां नूं समझण वाले वैद हन। केवल के रोग दा नहीं, दारू दा भी पता है। सोच रहा कि इस होमे दे रोग ने, इस मैं मेरी दे रोग ने, बाकी रोगां नालों जो वड्डा रोग है, प्रबल रोग है, तगड़ा रोग है, ये संसारी साडे वर्गे संसारी जीवां दे शरीर ते मन नूं खा गया है, अंदर समा गया है, साधु जीवन नूं खा चुका है। केवल उपरले इलाज नाल ये दोबारा पुंगरन का डर बनया रहेगा। दोबारा पुंगरन का डर फिर भी है, पर सिरजनहार प्रीतम दे प्रेम की खिच तां इस गल की आग्या नहीं सी दिंदी कि तू अपने प्रीतम के देश तो कभी छड्ड के हिल जावे। पर प्रीतम की रची हुई सृष्टि ने दे दर्द ने सतगुरु गुरु नानक पातशाह दे उस अंदरले प्यार नूं हुलारा दिता है। दुखियां दे दर्द दे दूर करने 10 जामे धारे हैं, और दुखियां का दूर करते हुए गुरु नानक पातशाह के बारे गल प्रचलित हो गई सी। आ गया बाबा वैद रोगियां दा, आ गया बाबा वैद रोगियां दा। गुरु नानक कोड़ियां की कुल्ली विच बैठ के भी ਉਹਨੂੰ ਕਹਿੰਦੇ ਨੇ ਭੋਲਿਆ ਕੋੜੀ ਉਹ ਨਹੀਂ ਹੁੰਦਾ ਜਿਹਨੂੰ ਸਰੀਰ ਦਾ ਰੋਗ ਹੋ ਗਿਆ ਹੋਵੇ। ਕੋੜੀ ਉਹ ਹੁੰਦਾ ਹੈ ਜਿਹਦੀ ਆਤਮਾ ਕੋੜੀ ਹੋ ਗਈ ਹੋਵੇ, ਪਰਮੇਸ਼ਰ ਨੂੰ ਭੁੱਲ ਗਈ ਹੋਵੇ। ਅਸਲ ਵਿੱਚ ਕੋੜੀ ਉਹ ਹੁੰਦਾ ਹੈ। ਸਰੀਰਕ ਰੋਗ ਹਰ ਕਿਸੇ ਨੂੰ ਆਉਣੇ ਹਨ, ਇਹਨਾਂ ਦਾ ਦਾਰੂ ਕਰਨਾ ਹੈ ਤੇ ਅੰਦਰ ਪਏ ਹੋਏ ਕੋੜ ਦੇ ਰੋਗ ਨੂੰ ਦੂਰ ਕਰਨ ਲਈ ਬਾਣੀ ਦਾ ਦਾਰੂ ਕਰਨਾ ਹੈ। ਉੱਥੇ ਬਾਣੀ ਦਾ ਦਾਰੂ ਹੈ, ਬਾਹਰ ਬਾਣੇ ਦਾ ਦਾਰੂ ਹੈ। ਇਹ ਬਾਣੀ ਤੇ ਬਾਣੇ ਦਾ ਦਾਰੂ ਅੰਦਰਲੇ ਹਉਮੈ ਨੂੰ ਕੱਢ ਦੇਵੇਗਾ ਤੇ ਗੁਰਮੁਖੀ ਬਾਣਾ ਪ੍ਰੀਤਮ ਦੀਆਂ ਨਜ਼ਰਾਂ ਵਿੱਚ ਕਬੂਲ ਹੋਣ ਲਈ ਹੈ। ਤੇ ਗੁਰਮੁਖੀ ਚਾਲ ਸੁਹਾਵਣੀ ਚਾਲ ਗੁਰੂ ਨੂੰ ਖੁਸ਼ ਕਰਨ ਲਈ ਹੈ। ਕਈ ਵਾਰੀ ਸਾਡੇ ਵਿੱਚੋਂ ਵੀ ਬਹੁਤ ਸਾਰੇ ਇੱਕ ਸਵਾਲ ਕਰ ਦਿੰਦੇ ਕਿ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਨੇ 10 ਜਾਮੇ ਰਹੇ, ਵੱਖਰੇ ਵੱਖਰੇ ਸਰੀਰਾਂ ਵਿੱਚ ਆਏ, ਜੋਤ ਉਹਾ ਰਹੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਆਦਰਸ਼ ਹੋਰ ਹੀ ਸੀ ਕੋਈ। ਅਸੀਂ ਗੁਰੂ ਨਾਨਕ ਦੇ ਸਿੱਖ ਬਣ ਜਾਵਾਂਗੇ, ਅਸੀਂ ਕਲਗੀਆਂ ਵਾਲੇ ਦੇ ਸਿੱਖ ਨਾ ਹੀ ਬਣੇ ਤਾਂ ਕੀ ਫਰਕ ਪੈਂਦਾ ਹੈ। ਗੁਰੂ ਨਾਨਕ ਨੇ ਬੰਦਗੀ ਤੇ ਪਿਆਰ ਦਾ ਰਸਤਾ ਦੱਸਿਆ ਤੇ ਕਲਗੀਧਰ ਨੇ ਤਲਵਾਰ ਦਾ ਰਸਤਾ ਦੱਸਿਆ। ਇਹੋ ਜਿਹੇ ਵਿਚਾਰ ਆਮ ਤੌਰ ਤੇ ਦਿੰਦੇ ਨੇ। ਭਲਿਓ ਜਿਹੜਾ ਰਸਤਾ ਆਪਣੇ ਪੈਰਾਂ ਨਾਲ ਤੁਰ ਕੇ ਨਾ ਵੇਖਿਆ ਹੋਵੇ, ਦੂਰੋਂ ਸੁਣ ਕੇ ਉਹਦੀਆਂ ਗੱਲਾਂ ਸੁਣ ਕੇ ਉਹਨੂੰ ਛੱਡ ਦਿੱਤਾ ਹੋਵੇ, ਤੇ ਦੱਸੋ ਉਸ ਰਸਤੇ ਦੀ ਸੋਝੀ ਕਿਵੇਂ ਆਏਗੀ? ਰਸਤੇ ਦਾ ਪਤਾ ਕਿਵੇਂ ਲੱਗੇਗਾ? ਉਸ ਰਸਤੇ ਦੇ ਗਿਆਨ ਕਿਵੇਂ ਹੋਵੇਗਾ? ਕਰਮ ਕਾਂਡ ਤੇ ਹੋਰ ਚੀਜ਼ਾਂ ਇਸ ਪ੍ਰੇਮ ਦੀ ਘਾਟੀ ਦੇ ਪੱਧਰੇ ਮੈਦਾਨ ਦੇ ਵਿੱਚੋਂ ਉਹ ਵਿਖੜੇ ਹੋਏ ਰਸਤਿਆਂ ਦਾ ਹਾਲ ਕਿਵੇਂ ਜਾਣ ਸਕਦੇ ਹਨ? ਖਿਆਲ ਕਰਿਓ, ਜੇ ਨੇੜੇ ਹੋ ਕੇ ਨਹੀਂ ਦੇਖਿਆ
ਜੇ ਕਰਮਕਾਂਡੀ ਦੁਨੀਆ ਵਿੱਚ ਹੀ ਵਸੇ ਰਹਿਣਾ ਹੈ, ਜੇ ਦੁਨੀਆ ਦੀ ਭੇਡ ਚਾਲ ਵਿੱਚ ਹੀ ਫਸੇ ਰਹਿਣਾ ਹੈ, ਤੇ ਇਹ ਪ੍ਰੇਮ ਦੀ ਘਾਟੀ ਦਾ ਵਿਖੜੇ ਰਸਤੇ ਦਾ ਹਾਲ ਤੁਹਾਨੂੰ ਕਿਵੇਂ ਪਤਾ ਲੱਗੇਗਾ? ਕਿਵੇਂ ਸਮਝੋਗੇ? ਕਿਵੇਂ ਜੀਵਨ ਦੀ ਮਰਿਆਦਾ ਪਤਾ ਲੱਗੇਗੀ? ਕਿਵੇਂ ਜੀਵਨ ਦਾ ਰਸ ਆਏਗਾ? ਤੁਸੀਂ ਤਾਂ ਸੁਣਿਆ ਹੀ ਨਹੀਂ, ਤੁਸੀਂ ਤਾਂ ਪੜ੍ਹਿਆ ਹੀ ਨਹੀਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਇਹ ਤਾਂ ਬਾਬੇ ਲਹਿਣੇ ਨੇ ਪੜਿਆ ਸੀ ਕਿ ਬਾਬਾ ਲਹਿਣਾ ਕਹਿੰਦਾ ਹੈ, ਬਾਬਾ ਤੇਰਾ ਦਰ ਛੱਡ ਕੇ ਕਿੱਥੇ ਜਾਵਾਂ, ਮੈਨੂੰ ਤਾਂ ਤੇਰੇ ਦਰ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ। ਸਾਰੇ ਹੀ ਚਲੇ ਗਏ, ਲਹਿਣਿਆ ਤੂੰ ਕਿਉਂ ਨਹੀਂ ਗਿਆ? ਉਹਨਾਂ ਦਾ ਕੋਈ ਹੋਰ ਟਿਕਾਣਾ ਹੋਏਗਾ, ਚਲੇ ਗਏ, ਪਰ ਪਾਤਸ਼ਾਹ ਮੈਂ ਤੇਰਾ ਦਰ ਛੱਡ ਕੇ ਕਿੱਥੇ ਜਾਵਾਂ, ਮੇਰਾ ਤਾਂ ਹੋਰ ਕੋਈ ਟਿਕਾਣਾ ਹੀ ਨਹੀਂ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਲਹਿਣੇ ਕੋਲੋਂ ਇਹ ਗੱਲਾਂ ਸੁਣੀਆਂ, ਕਹਿਣ ਲੱਗੇ, ਲਹਿਣਿਆ ਟਿਕਾਣਾ ਤੈਨੂੰ ਨਹੀਂ, ਟਿਕਾਣਾ ਤਾਂ ਮੈਨੂੰ ਚਾਹੀਦਾ ਸੀ, ਜਿਸ ਵਿੱਚ ਮੈਂ ਆਪਣੀ ਜੋਤ ਟਿਕਾ ਕੇ ਅਗਲਾ ਮਾਰਗ ਨੂੰ ਅੱਗੇ ਤੋਰ ਸਕਦਾ। ਅੱਜ ਤੇਰੇ ਲਹਿਣੇ ਦੇ ਰੂਪ ਵਿੱਚ ਉਹ ਟਿਕਾਣਾ ਮੈਨੂੰ ਮਿਲ ਗਿਆ। ਅੱਜ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨਾਮ ਨਾਲ ਨਵਾਜਿਆ ਗਿਆ ਹੈ। ਕਿਆ ਕਮਾਲ ਦੀ ਸਿੱਖਿਆ ਗੁਰੂ ਪਾਤਸ਼ਾਹ ਦਿੰਦੇ ਨੇ। ਕਦੀ ਸਮਝਿਆ ਉਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਮਾਰਗ ਨੂੰ? ਕਦੀ ਸਮਝਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ, ਪੈ ਕਹੋਂ ਕੋ ਦੇਤ ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਦੇਖਿਆ ਉਹ ਭੋਲਿਓ, ਇਸ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਪ੍ਰੀਤਮ ਦਾ ਨਜ਼ਾਰਾ ਹੈ। ਡਰੇ ਕਿਉਂ ਕਿਸੇ ਕੋਲੋਂ? ਡਰਾਵੇ ਕਿਉਂ ਕਿਸੇ ਕੋਲੋਂ? ਕਿਉਂ ਕਿ ਇਸ ਰਚੀ ਹੋਈ ਕਰਤਾਰ ਦੀ ਕੁਦਰਤ ਵਿੱਚ ਕਦਰ ਆਪ ਵਸਦਾ ਹੈ। ਡਰਾਂ ਤਾਂ ਜੇ ਕੋਈ ਹੋਰ ਬੋਲਦਾ ਹੋਵੇ, ਡਰਾਵਾਂ ਤਾਂ ਜੇ ਉਹਦੇ ਵਿੱਚ ਕੋਈ ਹੋਰ ਹੋਵੇ। ਜਦੋਂ ਇਹ ਗੁਰੂ ਨਾਨਕ ਦੇ ਸਿੱਖੀ ਦਾ ਬਾਣਾ ਪਾਵੇਂਗਾ, ਮੇਰ ਤੇਰੇ ਦੀਆਂ ਦੀਵਾਰਾਂ ਟੁੱਟ ਜਾਣਗੀਆਂ, ਮੇਰੇ ਤੇਰੇ ਦਾ ਭੋਗ ਖਤਮ ਹੋ ਜਾਏਗਾ, ਫਰਕ ਖਤਮ ਹੋ ਜਾਏਗਾ। ਬਸ ਇਹ ਸਮਾਂ ਆਉਂਦਾ ਹੈ, ਕਈ ਵਾਰੀ ਮਿੱਠੀ ਦਵਾਈ ਨਾਲ ਕੰਮ ਚੱਲਦਾ ਹੈ ਤੇ ਕਈ ਵਾਰੀ ਕੌੜੀ ਦਵਾਈ ਵੀ ਦੇਣੀ ਪੈਂਦੀ ਹੈ। ਇਹ ਦਵਾਈ ਦੇਣ ਵਾਲਾ ਵੈਦ ਜਾਣਦਾ ਹੈ ਕਿ ਕਿਹੜੀ ਦਵਾਈ ਦੇਣੀ ਹੈ। ਕਦੀ ਗੁਰੂ ਨਾਨਕ ਦੇ ਮਿੱਠੇ ਬੋਲਾਂ ਦੇ ਨਾਲ ਤੇ ਕਦੀ ਤੱਤੀ ਤਵੀ ਤੇ ਬੈਠ ਕੇ ਦਵਾਈ ਵੰਡੀ ਦੀ ਹੈ। ਭੋਲਿਆ ਕਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਲੁਆ ਕੇ ਇਹ ਦਵਾਈ ਦੇ ਵੈਦ ਵੰਡ ਰਿਹਾ, ਤੇ ਕਦੀ ਅਨੰਦਪੁਰ ਦੀ ਧਰਤੀ ਤੇ ਖਾਲਸੇ ਦੀ ਸਿਰਜਣਾ ਕਰਕੇ ਹੱਥ ਤਲਵਾਰ ਫੜਾ ਕੇ ਇਹ ਗੱਲ ਵੀ ਵੰਡੀ ਜਾ ਰਹੀ ਹੈ। ਝੁਕਣਾ ਨਹੀਂ, ਆਪਣੇ ਅਣਖ ਨੂੰ ਜਿਉਂਦਿਆਂ ਰੱਖਣਾ ਹੈ, ਆਪਣੀ ਅਣਖ ਜਿਉਂਦਿਆਂ ਰੱਖਣੀ ਹੈ। ਇਹ ਸਿੱਖ ਕਿਸੇ ਗੈਰ ਦੇ ਦਹਲੀਜ਼ ਤੇ ਨਹੀਂ ਝੁਕਣਾ ਚਾਹੀਦਾ। ਇਹ ਸਿਰ ਕੇਵਲ ਗੁਰੂ ਦਰਬਾਰ ਤੇ ਕਾਲ ਦੇ ਦਰ ਤੇ ਜਾ ਕੇ ਝੁਕਣਾ ਚਾਹੀਦਾ ਹੈ। ਪਰ ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦੋਂ ਸਿਰ ਗੁਰੂ ਦਾ ਹੋ ਜਾਏ ਤੇ ਗੁਰੂ ਦਾ ਸਿਰ ਦੇ ਕੇ ਗੁਰਮੁਖੀ ਬਾਣਾ ਪਾ ਲਈਏ, ਗੁਰੂ ਵਾਲੇ ਬਣ ਜਾਈਏ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ, ਗੁਰੂ ਵਾਲੇ ਬਣਨ ਦੀ ਜੁਗਤੀ ਸਾਡੇ ਜੀਵਨ ਵਿੱਚ ਵੀ ਆ ਜਾਏ। ਅਸੀਂ ਗੁਰੂ ਦੇ ਹੋ ਜਾਏ, ਗੁਰੂ ਸਾਡਾ ਹੋ ਜਾਏ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ ਦੀ ਅਵਸਥਾ ਸਾਡੀ ਬਣ ਜਾਏ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।